हेलो एवरीवन, सत श्री अकाल सारिਆਂ ਨੂੰ। ਆਪਾਂ ਸ਼ੁਰੂ ਕੀਤਾ ਹੋਇਆ ਹੈ ਸਟਾਫਿੰਗ ਚੈਪਟਰ 6th ਚੈਪਟਰ ਹੈਗਾ ਕਲਾਸ 12th ਬਿਜ਼ਨਸ ਸਟੱਡੀਜ਼ ਦਾ। ਠੀਕ ਹੈ, ਸਟਾਫਿੰਗ ਦਾ ਜਿਹੜਾ 6.1 ਯੂਨਿਟ ਹੈ ਉਹ ਆਪਾਂ ਡਿਸਕਸ ਕਰ ਚੁੱਕੇ ਹਾਂਗੇ। ਦੋ ਪਾਰਟਸ ਦੇ ਵਿੱਚ ਡਿਸਕਸ ਕੀਤਾ ਸੀ ਤੇ ਦੋਨੋਂ ਪਾਰਟਸ YouTube ਤੇ ਅਪਲੋਡ ਹੋ ਚੁੱਕੇ। ਤੁਹਾਨੂੰ ਕਲਾਸ 12th ਬਿਜ਼ਨਸ ਸਟੱਡੀਜ਼ ਦੀ ਪਲੇਲਿਸਟ ਦੇ ਵਿੱਚ ਦੋਨੋਂ ਪਾਰਟਸ ਮਿਲ ਜਾਣਗੇ। ਤੇ ਹੁਣ ਅੱਜ ਆਪਾਂ ਸ਼ੁਰੂ ਕਰਨੀ ਹੈਗੀ 6.2 ਯੂਨਿਟ। 6.2 ਯੂਨਿਟ ਸਟਾਫਿੰਗ ਪ੍ਰੋਸੈਸ ਦਾ ਜਿਹੜਾ ਸੈਕੰਡ ਸਟੈਪ ਹੈਗਾ ਰਿਕਰੂਟਮੈਂਟ, ਉਹਦੇ ਉੱਤੇ ਬੇਸਡ ਹੈਗੀ। ਰਿਕਰੂਟਮੈਂਟ ਕੀ ਹੁੰਦਾ ਹੈ, ਰਿਕਰੂਟਮੈਂਟ ਦਾ ਕੀ ਪ੍ਰੋਸੀਜਰ ਹੈ, ਕਿਸ ਪ੍ਰੋਸੀਜਰ ਥਰੂ ਆਪਾਂ ਰਿਕਰੂਟਮੈਂਟ ਕਰਦੇ ਹੈਗੇ ਤੇ ਕਿੰਨੇ ਡਿਫਰੈਂਟ ਸੋਰਸਸ ਆਫ ਰਿਕਰੂਟਮੈਂਟ ਹੈ। ਰਿਕਰੂਟਮੈਂਟ ਦਾ ਮਤਲਬ ਤਾਂ ਆਪਾਂ ਸਟਾਫਿੰਗ ਜਦੋਂ ਕਰ ਰਹੇ ਸੀਗੇ ਪ੍ਰੋਸੈਸ ਸਮਝਿਆ ਸੀਗਾ ਉਦੋਂ ਪੜ੍ਹ ਲਿਆ ਸੀ। ਰਿਕਰੂਟਮੈਂਟ ਦਾ ਮਤਲਬ ਕੀ ਹੁੰਦਾ ਹੈਗਾ, ਜੋ ਵੀ ਤੁਸੀਂ ਨੀਡ ਅਰਾਈਜ਼ ਕੀਤੀ ਹੈਗੀ, ਐਸਟੀਮੇਟ ਲਗਾਇਆ ਹੈਗਾ ਕਿ ਜੋ ਤੁਹਾਡਾ ਕੰਮ ਹੈ, ਪਾਰਟਿਕੂਲਰ ਜੌਬ ਹੈ, ਉਸ ਪਾਰਟਿਕੂਲਰ ਕੰਮ ਨੂੰ ਕਰਨ ਲਈ ਤੁਹਾਨੂੰ ਕਿੰਨੇ ਐਸਟੀਮੇਟਡ ਪਰਸਨਸ ਦੀ ਲੋੜ ਹੋਊਗੀ। ਦੈਨ ਜਦੋਂ ਤੁਸੀਂ ਲੋੜ ਲੱਭ ਕੇ ਉਹਨਾਂ ਪਰਸਨਸ ਦੀ ਸਰਚਿੰਗ ਸਟਾਰਟ ਕਰ ਦਿਓਗੇ ਤੇ ਉਹਨਾਂ ਪਰਸਨਸ ਨੂੰ ਇਨਵਾਈਟ ਕਰ ਦਿਓਗੇ ਆਰਗੇਨਾਈਜੇਸ਼ਨਸ ਦੇ ਵਿੱਚ ਜੁਆਇਨ ਕਰਨ ਲਈ, ਉਹ ਸਾਰੇ ਪ੍ਰੋਸੈਸ ਨੂੰ ਆਪਾਂ ਕੀ ਨਾਮ ਦਿੱਤਾ ਹੈਗਾ, ਰਿਕਰੂਟਮੈਂਟ ਦਾ ਨਾਮ ਦਿੱਤਾ ਹੈਗਾ। ਇਟ ਰੈਫਰਸ ਟੂ ਦੀ ਪ੍ਰੋਸੈਸ ਆਫ ਸਰਚਿੰਗ ਫॉर prospective employees and stimulating them to apply for job in the organization। ਇਹੀ ਡੈਫੀਨੇਸ਼ਨ ਆਪਾਂ ਉਦੋਂ ਪੜ੍ਹੀ ਸੀਗੀ। ਕੀ ਮਤਲਬ ਹੈਗਾ ਇਹਦਾ ਕਿ ਇੱਕ ਪ੍ਰੋਸੈਸ ਹੈਗਾ ਜਿਹਦੇ ਵਿੱਚ ਤੁਸੀਂ ਕੀ ਕਰ ਰਹੇ ਹੋ, ਪ੍ਰੋਸਪੈਕਟਿਵ EMPLOYEES ਦੀ ਸਰਚ ਕਰ ਰਹੇ ਹੋ। ਪ੍ਰੋਸਪੈਕਟਿਵ EMPLOYEES ਮਤਲਬ ਕਿ ਜਿੰਨਾ EMPLOYEES ਦੀ ਤੁਹਾਨੂੰ ਕੰਮ ਕਰਨ ਦੀ ਲੋੜ ਹੈ, ਜਿਸ ਕੁਆਲੀਫਿਕੇਸ਼ਨ, ਜਿਸ ਨੌਲੇਜ, ਜਿਸ ਸਕਿੱਲ ਦੇ ਬੰਦਿਆਂ ਦੀ ਤੁਹਾਨੂੰ ਲੋੜ ਹੈਗੀ, ਉਹਨਾਂ ਬੰਦਿਆਂ ਦੀ ਸਰਚ ਦੇ ਪ੍ਰੋਸੈਸ ਨੂੰ ਕੀ ਕਿਹਾ ਗਿਆ ਹੈਗਾ, ਰਿਕਰੂਟਮੈਂਟ। ਹੁਣ ਕੱਲੇ ਸਰਚ ਦੇ ਪ੍ਰੋਸੈਸ ਨੂੰ ਨਹੀਂ, ਸਰਚ ਕਰਕੇ ਆਪਾਂ ਉਹਨਾਂ ਨੂੰ ਕੀ ਕਰਨਾ ਹੈਗਾ, ਆਰਗੇਨਾਈਜੇਸ਼ਨ ਦੇ ਵਿੱਚ ਅਪਲਾਈ ਕਰਨ ਦੀ ਸਟਿਮੂਲੇਟ, ਯਾਨੀ ਕਿ ਉਹਨਾਂ ਨੂੰ ਅਪਲਾਈ ਕਰਨ ਲਈ ਤਿਆਰ ਵੀ ਕਰਨਾ ਹੈਗਾ। ਤੇ ਇਹ ਸਾਰੇ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਹੈਗੇ, ਰਿਕਰੂਟਮੈਂਟ ਕਹਿੰਦੇ ਹੈਗੇ। ਹੁਣ ਰਿਕਰੂਟਮੈਂਟ ਦਾ ਕੀ ਪ੍ਰੋਸੈਸ ਹੁੰਦਾ ਹੈਗਾ, ਆ ਰਿਕਰੂਟਮੈਂਟ ਦਾ ਪ੍ਰੋਸੈਸ ਹੈਗਾ, 4 ਸਟੈਪਸ ਇਨਵੋਲਵਡ ਹੁੰਦੇ ਹੈਗੇ ਰਿਕਰੂਟਮੈਂਟ ਦੇ ਪ੍ਰੋਸੈਸ ਦੇ ਵਿੱਚ। ਕੀ 4 ਸਟੈਪ ਨੇਗੇ, ਰਿਕੁਜੀਸ਼ਨ ਆਫ EMPLOYEES। ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕੀਤਾ ਹੈਗਾ, EMPLOYEES ਦੀ ਰਿਕੋਗਨੀਸ਼ਨ, ਯਾਨੀ ਕਿ ਪਤਾ ਲਗਾਇਆ ਨੀਡ ਕਿੰਨੇ EMPLOYEES ਦੀ ਹੈਗੀ, ਇਹ ਆਪਾਂ ਸਭ ਤੋਂ ਪਹਿਲਾਂ ਪਤਾ ਲਗਾ ਲਾਂਗੇ। ਦੈਨ ਉਦੋਂ ਬਾਅਦ ਜਦੋਂ ਆਪਾਂ ਨੂੰ ਪਤਾ ਚੱਲ ਗਿਆ ਕਿੰਨੇ ਬੰਦਿਆਂ ਦੀ ਨੀਡ ਹੈਗੀ ਆਪਾਂ ਨੂੰ, ਫਿਰ ਆਪਾਂ ਆਇਡੈਂਟੀਫਾਈ ਕਰਾਂਗੇ ਕਿ ਜਿਹੜੀ ਇਹ ਨੀਡ ਹੈ ਉਹ ਆਪਾਂ ਕਿਸ ਸੋਰਸ ਆਫ ਰਿਕਰੂਟਮੈਂਟ ਨਾਲ ਪੂਰੀ ਕਰਨੀ ਹੈਗੀ। ਸੋਰਸਸ ਆਫ ਰਿਕਰੂਟਮੈਂਟ ਆਪਣੇ ਕੋਲੇ ਦੋ ਹੁੰਦੇ ਹੈਗੇ, ਇੱਕ ਇੰਟਰਨਲ ਸੋਰਸਸ ਐਂਡ ਇੱਕ ਹੁੰਦੇ ਹੈਗੇ ਐਕਸਟਰਨਲ ਸੋਰਸਸ। ਤੇ ਇਹਨਾਂ ਦੋਨਾਂ ਦੇ ਵਿੱਚੋਂ ਕਿਹੜੇ ਸੋਰਸ ਨਾਲ ਆਪਾਂ ਇਹ ਆਪਣੀ ਨੀਡ ਪੂਰੀ ਕਰਾਂਗੇ, ਦੈਨ ਆਪਾਂ ਉਹ ਚੀਜ਼ ਦੇਖਾਂਗੇ। ਜਦੋਂ ਤੁਸੀਂ ਇੱਕ ਸੋਰਸ ਆਫ ਰਿਕਰੂਟਮੈਂਟ ਚੂਜ਼ ਕਰ ਲਿਆ, ਦੈਨ ਉਸ ਸੋਰਸ ਤੋਂ ਚੂਜ਼ ਕਰਕੇ ਆਪਾਂ ਕੀ ਕਰਾਂਗੇ, ਇਨਵੀਟੇਸ਼ਨ ਭੇਜਾਂਗੇ ਇੰਟਰਸਟਿਡ ਪਰਸਨਸ ਨੂੰ। ਜਿਹੜੇ ਵੀ ਲੋਕ ਇੰਟਰਸਟਿਡ ਹੋਣਗੇ, ਜਿਹੜੇ ਵੀ ਲੋਕ ਆਪਣੀ ਜੋ ਪੋਸਟ ਖਾਲੀ ਹੈਗੀ ਉਹਦੇ ਲਈ ਐਕਸਪੀਰੀਅੰਸਡ ਹੋਣਗੇ, ਉਹਦੇ ਲਈ ਕੁਆਲੀਫਾਈਡ ਹੋਣਗੇ, ਕੰਪੀਟੈਂਟ ਪਰਸਨਸ ਹੋਣਗੇ, ਉਹਨਾਂ ਨੂੰ ਆਪਾਂ ਕੀ ਕਰਾਂਗੇ, ਇਨਵੀਟੇਸ਼ਨ ਸੈਂਡ ਕਰਾਂਗੇ ਕਿ ਉਹ ਆਪਣੇ ਕੋਲੇ ਆ ਕੇ ਅਪਲਾਈ ਕਰਨ ਤੇ ਆਪਾਂ ਉਹਨਾਂ ਨੂੰ ਸਿਲੈਕਟ ਕਰਕੇ ਜੌਬ ਤੇ ਪਲੇਸ ਕਰੀਏ। ਇਨਵੀਟੇਸ਼ਨ ਭੇਜਤਾ, ਦੈਨ ਉਸ ਤੋਂ ਬਾਅਦ ਕੀ ਕਰਾਂਗੇ, ਜਿਹੜੇ ਲੋਕਾਂ ਦੀ ਆਪਣੇ ਕੋਲੇ ਐਪਲੀਕੇਸ਼ਨਸ ਆਣਗੀਆਂ ਉਹਨਾਂ ਦੇ ਵਿੱਚੋਂ ਕੀ ਕਰਾਂਗੇ, ਜਿਹੜੇ ਡਿਜ਼ਰਵਿੰਗ ਕੈਂਡੀਡੇਟਸ ਹੋਣਗੇ ਉਹਨਾਂ ਦੀ ਇੱਕ ਲਿਸਟ ਤਿਆਰ ਕਰਕੇ ਰੱਖ ਲਾਂਗੇ। ਦੈਨ ਜਿਹੜੀ ਉਹ ਲਿਸਟ ਹੋਊਗੀ, ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਜਾ ਕੇ ਉਸ ਲਿਸਟ ਦੇ ਵਿੱਚੋਂ ਇੱਕ ਬੈਸਟ ਕੈਂਡੀਡੇਟ ਆਪਾਂ ਆਪਣੀ ਪੋਸਟ ਲਈ ਚੂਜ਼ ਕਰ ਲੈਣਾ ਹੈ। ਤੇ ਰਿਕਰੂਟਮੈਂਟ ਦੇ ਪ੍ਰੋਸੈਸ ਦੇ ਵਿੱਚ ਆਹ 4 ਸਟੈਪਸ ਇਨਵੋਲਵਡ ਹੁੰਦੇ। ਸਭ ਤੋਂ ਪਹਿਲਾਂ ਰਿਕੁਜੀਸ਼ਨ ਆਫ EMPLOYEES ਆਪਾਂ ਦੇਖਾਂਗੇ ਕਿੰਨੇ ਚਾਹੀਦੇ ਹੈਗੇ। ਦੈਨ ਉਸ ਤੋਂ ਬਾਅਦ ਆਇਡੈਂਟੀਫਿਕੇਸ਼ਨ ਆਫ ਸੋਰਸ ਆਫ ਰਿਕਰੂਟਮੈਂਟ, ਕਿਸ ਸੋਰਸ ਆਫ ਰਿਕਰੂਟਮੈਂਟ ਤੋਂ ਤੁਸੀਂ ਆਪਣੀ ਇਹ ਜਿਹੜੀ ਨੀਡ ਹੈ, ਜਿਹੜੀ ਇੱਥੇ ਆਪਣੀ ਨੀਡ ਅਰਾਈਜ਼ ਹੋਈ ਹੈ, ਇਹ ਨੀਡ ਫੁਲਫਿਲ ਕਰੋਗੇ। ਫਿਰ ਉਸ ਸੋਰਸ ਥਰੂ ਜਿਹੜੇ ਤੁਸੀਂ ਪਰਸਨਸ ਹੈਗੇ ਉਹਨਾਂ ਨੂੰ ਇਨਵੀਟੇਸ਼ਨ ਭੇਜਣਾ ਇੰਟਰਸਟਿਡ ਪਰਸਨਸ ਨੂੰ। ਤੇ ਜਿਹੜੀ ਤੁਹਾਡੇ ਕੋਲੇ ਲਿਸਟ ਆਊਗੀ ਕੈਂਡੀਡੇਟਸ ਦੀ, ਉਹਨਾਂ ਲਿਸਟ ਦੇ ਵਿੱਚੋਂ ਜਿਹੜੇ ਡਿਜ਼ਰਵਿੰਗ ਪਰਸਨਸ ਲੱਗਦੇ ਹੈਗੇ ਉਹਨਾਂ ਦੀ ਐਪਲੀਕੇਸ਼ਨ, ਉਹਨਾਂ ਦੇ ਰਿਜ਼ਿਊਮੇ ਵਗੈਰਾ ਦੇਖ ਕੇ ਉਹਨਾਂ ਦੀ ਇੱਕ ਲਿਸਟ ਪ੍ਰਿਪੇਅਰ ਕਰ ਲੈਣਾ, ਤਾਂ ਕਿ ਜਦੋਂ ਆਪਾਂ ਸਿਲੈਕਸ਼ਨ ਪ੍ਰੋਸੈਸ ਕਰਾਂਗੇ ਆਪਾਂ ਉਹਨਾਂ ਨੂੰ ਇੱਕ ਬੈਸਟ ਕੈਂਡੀਡੇਟ ਚੂਜ਼ ਕਰ ਸਕੀਏ। ਠੀਕ ਹੈ, ਰਿਕਰੂਟਮੈਂਟ ਦਾ ਮੀਨਿੰਗ ਸਮਝ ਆ ਗਿਆ, ਰਿਕਰੂਟਮੈਂਟ ਦਾ ਪ੍ਰੋਸੈਸ ਸਮਝ ਆ ਗਿਆ। ਹੁਣ ਜਿਹੜਾ ਰਿਕਰੂਟਮੈਂਟ ਦਾ ਮੇਨ ਟੌਪਿਕ ਹੈ, ਰਿਕਰੂਟਮੈਂਟ ਦੇ ਚੈਪਟਰ ਦੇ ਵਿੱਚੋਂ ਜਿਹੜਾ ਮੇਨ ਟੌਪਿਕ ਹੈ ਉਹ ਹੈ ਆਪਣੇ ਕੋਲੇ ਸੋਰਸਿਸ ਆਫ ਰਿਕਰੂਟਮੈਂਟ। ਸੋਰਸਿਸ ਆਫ ਰਿਕਰੂਟਮੈਂਟ ਜਿਹੜੇ ਹੈਗੇ ਦੋ ਤਰ੍ਹਾਂ ਦੇ ਹੁੰਦੇ ਹੈਗੇ। ਰਿਕਰੂਟਮੈਂਟ ਆਪਾਂ ਦੋ ਤਰੀਕੇ ਨਾਲ ਕਰ ਸਕਦੇ ਹੁੰਦੇ ਹੈਗੇ, ਇੰਟਰਨਲ ਸੋਰਸਿਸ ਤੇ ਐਕਸਟਰਨਲ ਸੋਰਸਿਸ। ਇੰਟਰਨਲੀ ਵੀ ਰਿਕਰੂਟਮੈਂਟ ਹੋ ਸਕਦੀ ਹੈਗੀ ਔਰ ਐਕਸਟਰਨਲੀ ਵੀ ਰਿਕਰੂਟਮੈਂਟ ਹੋ ਸਕਦੀ ਹੈਗੀ। ਵਿਦਿਨ ਦੀ ਆਰਗੇਨਾਈਜੇਸ਼ਨ ਜਿਹੜੇ ਕੈਂਡੀਡੇਟਸ ਪ੍ਰੈਜ਼ੈਂਟ ਨੇ, ਜੋ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਐਗਜ਼ਿਸਟਿੰਗ ਕੈਂਡੀਡੇਟਸ ਨੇਗੇ, ਜਦੋਂ ਤੁਸੀਂ ਉਹਨਾਂ ਕੈਂਡੀਡੇਟਸ ਨੂੰ ਯੂਜ਼ ਕਰਕੇ ਹੀ ਕੋਈ ਪੋਸਟ ਫਿਲ ਅਪ ਕਰ ਰਹੇ ਹੋਗੇ, ਉਹ ਹੁੰਦਾ ਹੈਗਾ ਇੰਟਰਨਲ ਸੋਰਸ ਆਫ ਰਿਕਰੂਟਮੈਂਟ। ਜਦੋਂ ਤੁਸੀਂ ਵਿਦਿਨ ਦੀ ਆਰਗੇਨਾਈਜੇਸ਼ਨ ਪ੍ਰੈਜ਼ੈਂਟ ਕੈਂਡੀਡੇਟਸ ਦੇ ਵਿੱਚੋਂ ਨਾ ਬਲਕਿ ਬਾਹਰੋਂ ਆਰਗੇਨਾਈਜੇਸ਼ਨ ਦੇ ਵਿੱਚੋਂ ਕੋਈ ਨਵਾਂ ਬੰਦਾ ਲੈ ਕੇ ਆ ਰਹੇ ਹੋਗੇ, ਉਹਨੂੰ ਆਪਾਂ ਕੀ ਕਹਿੰਦੇ ਹੈਗੇ, ਐਕਸਟਰਨਲ ਸੋਰਸ ਆਫ ਰਿਕਰੂਟਮੈਂਟ। ਇਟ ਰੈਫਰਸ ਟੂ ਇਨਵਾਈਟਿੰਗ ਐਪਲੀਕੇਸ਼ਨਸ ਫॉर ਫਿਲਿੰਗ ਅਪ ਦੀ ਵੈਕੈਂਸੀਜ਼
फ्रॉम कैंडिडेट्स विद इन दी ऑर्गेनाइजेशन कि ਜਿਹੜੇ ਆਪਣੇ विद इन दी ऑर्गेनाइजेशन कैंडिडेट्स है ਉਹਨਾਂ ਤੋਂ ਤੁਸੀਂ ਕੀ ਕਰ ਰਹੇ ਹੋ ਫਿਲਅਪ ਕਰ ਰਹੇ ਹੋਗੇ ऑर्गेनाइजेशन ਦੀਆਂ ਸੀਟਸ इट रेफर्स टू इनवाइटिंग एप्लीकेशंस फॉर फिलिंग अप दी वैकेंसीज फ्रॉम कैंडिडेट्स आउटसाइड दी ऑर्गेनाइजेशन ਜਿਹੜੇ ऑर्गेनाइजेशन ਤੋਂ ਬਾਹਰ कैंडिडेट्स नेगे ਉਹਨਾਂ ਨਾਲ ਆਪਾਂ ਕੀ ਕਰ ਰਹੇ ਹਾਂਗੇ ਆਪਣੀ ऑर्गेनाइजेशन ਦੀਆਂ ਜੋ ਖਾਲੀ ਪੋਸਟ ਹੈਗੀਆਂ ਉਹਨਾਂ ਨੂੰ ਫਿਲਅਪ ਕਰ इंटरनल एक्सटर्नल पता चल गया ਹੁਣ इंटरनल ਦੇ ਵਿੱਚ ਅੱਗੇ ਕੁਝ ਟਾਈਪਸ ਆਉਂਦੀਆਂ ਹੈਗੀਆਂ ਐਕਸਟਰਨਲ ਦੇ ਵਿੱਚ ਅੱਗੇ ਆਪਣੇ ਕੋਲੇ ਕੁਝ ਸੋਰਸਸ ਨੇਗੇ ਤੇ ਮੈਥਡਸ ਹੈਗੇ ਤਰੀਕੇ ਹੈਗੇ ਜਿਨ੍ਹਾਂ ਥਰੂ ਤੁਸੀਂ ਕੀ ਕਰ ਸਕਦੇ ਹੋਗੇ ਪਰਸਨਸ ਨੂੰ ਰਿਕਰੂਟ ਕਰ ਸਕਦੇ ਹੋਗੇ ਕਿਹੜੇ ਕਿਹੜੇ ਹੈਗੇ ਉਹ ਆਪਾਂ ਡਿਟੇਲ ਚ ਪੜਾਂਗੇ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹੈਗੇ ਇੰਟਰਨਲ ਦੇ ਸੋਰਸਸ ਤਾਂ ਦੇਖੋ ਇੰਟਰਨਲ ਰਿਕਰੂਟਮੈਂਟ ਦੇ ਸੋਰਸਸ ਦੇ ਵਿੱਚ ਤਿੰਨ ਤਰ੍ਹਾਂ ਦੇ ਸੋਰਸਸ ਆਉਂਦੇ ਹੈਗੇ ਆਪਣੇ ਕੋਲੇ ट्रांसफर प्रमोशन और ले ऑफ सब तो पहला तो ट्रांसफर समझिए सॉरी सब तो पहला तो आप समझिए प्रमोशन प्रमोशन की हैगा जो पोजीशन ते तुसी अज खड़े होंगे उदू हायर पोस्ट ते थोनू अपॉइंट कर देना की हैगा प्रमोशन हैगा कोई हायर पोस्ट ते एम्प्लॉय सीगा वो रिटायर हो गया या फिर ऑर्गेनाइजेशन छड़ के चला गया तो वो हायर पोस्ट जेडी खाली हुई हैगी उन्होंने तुसी बाहरों किसी बंदे नु बुला के फिलअप नहीं कर रहे बल्कि जो थोड़े सबऑर्डिनेट्स जेडे लोअर लेवल एम्प्लॉयज हैगे उन्हां दे विचों ही एक जेड़ा बेस्ट एम्प्लॉय है उन्होंने चूज करके तुसी की कर रहे होंगे हायर पोजीशन ते बिठा रहे होंगे उसकी जिम्मेदारियां बढ़ा रहे होंगे तो इस तरह के सोर्स ऑफ रिक्रूटमेंट में आपको की नाम दिता है प्रमोशन का नाम दिता है प्रमोशन इज द प्रोसेस बाय which an employee working at the lower rank is appointed to the upper rank where his responsibility increases his status and salary are also enhanced की ਕੀਤਾ ਹੈਗਾ ਆਪਾਂ ਕਿ ਇੱਕ ਪ੍ਰੋਸੈਸ ਹੈ ਜਿਹਦੇ ਵਿੱਚ EMPLOYE ਜਿਹੜਾ ਲੋਅਰ ਲੈਵਲ ਤੇ ਕੰਮ ਕਰ ਰਿਹਾ ਹੈਗਾ ਉਹਨੂੰ ਆਪਾਂ ਹਾਇਰ ਪੋਸਟ ਤੇ ਬਿਠਾ ਰਹੇ ਹਾਂਗੇ ਹਾਇਰ ਪੋਸਟ ਤੇ ਬਿਠਾ ਕੇ ਆਪਾਂ ਉਹਦੀ ਰਿਸਪੌਂਸਿਬਿਲਿਟੀਜ਼ ਵੀ ਇਨਕਰੀਜ਼ ਕਰ ਰਹੇ ਹਾਂ ਉਹਦੀ ਸੈਲਰੀ ਉਹਦਾ ਸਟੇਟਸ ਹਰ ਇੱਕ ਚੀਜ਼ ਕੀ ਕਰ ਰਹੇ ਹਾਂਗੇ ਇਨਕਰੀਜ਼ ਕਰ ਰਹੇ ਹਾਂ ਕਿ ਜੋ ਹਾਇਰ ਲੈਵਲ ਪੋਸਟ ਖਾਲੀ ਹੋ ਰਹੀ ਹੈਗੀ ਉਹਨਾਂ ਨੂੰ ਆਪਾਂ ਫਿਲਅਪ ਕਿਵੇਂ ਕਰ ਰਹੇ ਹਾਂ ਲੋਅਰ ਲੈਵਲ EMPLOYEਜ਼ ਨੂੰ ਉੱਥੇ ਪਹੁੰਚਾ ਕੇ ਤਾਂ ਇਸ ਤਰ੍ਹਾਂ ਦੀ ਰਿਕਰੂਟਮੈਂਟ ਨੂੰ ਕੀ ਕਿਹਾ ਜਾਂਦਾ ਹੈਗਾ ਇੰਟਰਨਲ ਤੇ ਪ੍ਰਮੋਸ਼ਨ ਇਹਦਾ ਨਾਮ ਹੈ ठीक है ਹੁਣ ਸਿਮਿਲਰਲੀ ਇੱਕ ਇਹਦੇ ਵਿੱਚ ਹੀ ਕੀ ਆਂਦਾ ਹੈਗਾ ਪੁਆਇੰਟ ਡਿਮੋਸ਼ਨ ਦਾ ਇੱਕ ਇਹਦੇ ਵਿੱਚ ਡਿਮੋਸ਼ਨ ਦਾ ਵੀ ਪੁਆਇੰਟ ਆਂਦਾ ਹੈਗਾ ਡਿਮੋਸ਼ਨ ਬੇਸਿਕਲੀ ਕੀ ਹੈਗਾ ਕਿ ਹਾਇਰ ਰੈਂਕ ਤੋਂ ਤੁਹਾਨੂੰ ਕਿੱਥੇ ਭੇਜ ਦਿੱਤਾ ਗਿਆ ਹੈਗਾ लोअर रैंक ते भेज दिता गया हायर रैंक तो थोनू किथे भेज दिता गया लोअर रैंक ते ये इदां क्यों हुंदा है जे मान लो कि तुसी आपदा काम एफिशिएंटली नहीं कर रहे इनएफिशिएंटली तुसी आपदा काम कर रहे होंगे तो उस केस दे विच की हो सकदा हैगा थोनू डिमोट भी कीता जा सकदा है जे तुसी आपदा काम एफिशिएंटली वधिया तरीके नाल करदे होंगे तो थोनू प्रमोशन मिल सकदा हैगा लेकिन जे तुसी आपदा काम प्रॉपरली नहीं करदे कोई भी इनएफिशिएंटली काम करदे होंगे तो ओदे विच थोनू की हो जाऊगा हायर पोजीशन तो लोअर पोजीशन ਤੇ ਵੀ ਸਿੱਟ ਦਿੱਤਾ ਜਾ ਸਕਦਾ ਤੇ ਇਸ ਪ੍ਰੋਸੈਸ ਨੂੰ ਆਪਾਂ ਕੀ ਨਾਮ ਦਿੰਦੇ ਹੈਗੇ ਡਿਮੋਸ਼ਨ ਦਾ ਨਾਮ ਦਿੰਦੇ ਹੈਗੇ ਕਲੀਅਰ ਹੋ ਗਿਆ ਪ੍ਰਮੋਸ਼ਨ ਨੈਕਸਟ ਹੁਣ ਹੈ ਆਪਣੇ ਕੋਲੇ ट्रांसफर की हुंदा हैगा देखो प्रमोशन दे विच तां की सीगा लोअर तो अपर भेजा गया सी हायर पोजीशन ते दिता गया सी ट्रांसफर दे विच सिमिलर पोजीशन ते ही थोनू की कीता जांदा हैगा एक्सचेंज कर दिता जांदा एक्सचेंज मतलब कि थोड़ी जो रिस्पॉन्सिबिलिटी है वो इंक्रीज नहीं होगी थोड़ी सैलरी इंक्रीज नहीं होगी थोड़ा स्टेटस इंक्रीज नहीं होगा बस थोनू एक काम तो दूजे काम ते की कीता जा रहा है शिफ्ट कीता जा रहा है एक डिपार्टमेंट तो दूजे डिपार्टमेंट्स की कीता जा रहा है शिफ्ट कीता जा रहा है सेम लेवल ते जदों थोड़ी शिफ्टिंग हो रही हैगी तो इस तरह दे रिक्रूटमेंट ਨੂੰ ਆਪਾਂ ਕੀ ਕਹਿੰਦੇ ਹੈਗੇ ट्रांसफर ਦਾ ਨਾਮ ਦਿੰਦੇ ਹੈਗੇ it refers to shifting of employees from one job to another एक काम तो दूजे काम one department to another एक department तो दूजे काम and from one shift to another एक shift तो दूसरी shift without any change in the position and status of the employees ते यह shifting करने नाल employees दी position status वगैरह कुछ भी change नहीं होगा responsibility status position सारा कुछ की रहूगा same रहूगा promotion दे विच changes होंगे क्लियर हो गए दो तरह दे मतलब ਇਹਦੇ ਵਿੱਚ ਹੁਣ ਦੇਖੋ ਕੋਈ ਵੀ ਨਵਾਂ ਬੰਦਾ ਬਾਹਰੋਂ ਨਹੀਂ ਆ ਰਿਹਾ ਸਾਰੇ ਕੀ ਹੈਗੇ ਆਪਣੀ ਆਰਗੇਨਾਈਜੇਸ਼ਨ ਦੇ ਹੀ ਬੰਦੇ ਨੇ ਨੈਕਸਟ ਇਜ਼ ਲੇ ਆਫ ਹੁਣ ਲੇ ਆਫ ਕੀ ਹੁੰਦਾਗਾ ਜਿਵੇਂ ਆਹ ਇੱਕ ਬੰਦਾ ਕੀ ਹੈਗਾ ਆਪਣਾ ਸਾਮਾਨ ਚੱਕ ਕੇ ਜਾ ਰਿਹਾ ਤੇ ਲੇ ਆਫ ਦੇ ਵਿੱਚ ਵੀ ਕੁਝ ਇਦਾਂ ਦਾ ਹੀ ਹੁੰਦਾਗਾ ਲੇ ਆਫ ਬੇਸਿਕਲੀ ਕੀ ਹੈਗਾ ਕਿ ਟੈਂਪਰੇਰੀ ਸੈਪਰੇਸ਼ਨ ਹੁੰਦਾਗਾ EMPLOYEਜ਼ ਦਾ EMPLOYER ਨਾਲੋਂ मतलब कि ऑर्गेनाइजेशंस को कंपनीज को कई बार जो काम घट होंदा है इन्नी ज्यादा प्रोडक्शन नहीं होंदी तो वो आपदे एम्प्लॉयज नूं की कर देंगे लेड ऑफ कर देंगे
ਇੰਪਲੋਇਜ਼ ਨੂੰ ਉਹ ਕੀ ਕਰ ਦਿੰਦੇ ਹੈਗੇ, ਕੱਢ ਦਿੰਦੇ ਹੈਗੇ। ਤੇ ਇਸ ਸ਼ੋਰਿਟੀ ਨਾਲ ਉਹ ਇੰਪਲੋਇਜ਼ ਨੂੰ ਘਟਾਉਂਦੇ ਹੈਗੇ, ਕੱਢਦੇ ਹੈਗੇ ਕਿ ਜਦੋਂ ਵੀ ਉਹਨਾਂ ਨੂੰ ਲੋੜ ਅਰਾਈਜ਼ ਹੋਊਗੀ ਤਾਂ ਉਹ ਕੋਈ ਬਾਹਰਲਾ ਬੰਦਾ ਨਹੀਂ ਅਪਾਇੰਟ ਕਰਨਗੇ, ਉਹਨਾਂ ਇੰਪਲੋਇਜ਼ ਦੇ ਵਿੱਚੋਂ ਹੀ ਅਪਾਇੰਟ ਕੀਤੇ ਜਾਣਗੇ, ਮਤਲਬ ਉਹਨਾਂ ਇੰਪਲੋਇਜ਼ ਨੂੰ ਹੀ ਪ੍ਰੈਫਰੈਂਸ ਦਿੱਤੀ ਜਾਊਗੀ। ਤਾਂ ਇਸ ਤਰ੍ਹਾਂ ਦੀ ਜੋ ਸੈਪਰੇਸ਼ਨ ਥਰੂ ਜਿਹੜੇ ਆਪਣੇ ਕੋਲੇ ਕੰਮ ਕਰਦੇ ਸੀ ਇੰਪਲੋਇਜ਼, ਲੇਕਿਨ ਕੰਮ ਘੱਟ ਹੋਣ ਦੇ ਕਾਰਨ ਆਪਾਂ ਉਹਨਾਂ ਨੂੰ ਇੱਕ ਵਾਰੀ ਕੱਢ ਦਿੱਤਾ ਸੀਗਾ, ਉਹਨਾਂ ਦੇ ਵਿੱਚੋਂ ਹੀ ਜਦੋਂ ਤੁਸੀਂ ਚੂਜ਼ ਕਰਕੇ ਆਪਣੇ ਲੋੜ ਪੂਰੀ ਕਰ ਰਹੇ ਹੋ ਇੰਪਲੋਇਜ਼ ਦੀ, ਉਸ ਤਰ੍ਹਾਂ ਦੇ ਤਰੀਕੇ ਨੂੰ ਆਪਾਂ ਕੀ ਕਹਿੰਦੇ ਹੈਗੇ, ਲੇ ਆਫ। A layoff is the temporary or permanent termination of employment by an employer for reasons unrelated to the employee's परफॉर्मेंस, मतलब कि किसी भी ਇਹੋ ਜਿਹੇ ਰੀਜ਼ਨ ਕਰਕੇ EMPLOYEE ਦੀ ਟਰਮੀਨੇਸ਼ਨ ਕੀਤੀ ਗਈ ਹੈਗੀ, मतलब कि EMPLOYEE ਦੀ ਪਰਫਾਰਮੈਂਸ ਖਰਾਬ ਸੀਗੀ, ਇਹ ਕਹਿ ਕੇ EMPLOYEE ਦੀ ਟਰਮੀਨੇਸ਼ਨ ਨਹੀਂ ਕੀਤੀ ਗਈ, ਬਲਕਿ EMPLOYER ਕੋਲੇ ਕੰਮ ਘੱਟ ਹੈਗਾ, ਇਸ ਵਜ੍ਹਾ ਨਾਲ ਆਪਾਂ ਕੀ ਕੀਤਾ ਹੈਗਾ, EMPLOYEE ਨੂੰ ਟਰਮੀਨੇਟ ਕਰ ਰਹੇ ਹੈਗੇ। ਤੇ ਉਸ ਜਿਹੜਾ EMPLOYEE ਟਰਮੀਨੇਟ ਕੀਤਾ ਗਿਆ ਹੈਗਾ ਉਹਨੂੰ ਪ੍ਰੈਫਰੈਂਸ ਦਿੱਤੀ ਜਾਊਗੀ ਜਦੋਂ ਵੀ ਨੀਡ ਅਰਾਈਜ਼ ਹੁੰਦੀ ਹੈਗੀ। ਇਸ ਦੇ ਤਰੀਕੇ ਨੂੰ ਆਪਾਂ ਕਹਿੰਦੇ ਹੈਗੇ ਲੇ ਆਫ ਜਾਂ ਫਿਰ ਲੇਡ ਆਫ। ਗੱਲ ਸਮਝ ਆ ਗਈ ਕਿ ਕੰਮ ਇਹ ਆਪਣੇ ਕੋਲ ਹੀ ਕਰ ਰਹੇ ਸੀਗੇ ਪਹਿਲਾਂ, ਬਸ ਹੁਣ ਆਪਣੇ ਕੋਲੇ ਕੰਮ ਘੱਟ ਹੋਣ ਕਰਕੇ ਆਪਾਂ ਇੱਕ ਵਾਰੀ ਇਹਨਾਂ ਨੂੰ ਥੋੜੀ ਦੇਰ ਲਈ ਆਰਗੇਨਾਈਜੇਸ਼ਨ ਦੇ ਵਿੱਚੋਂ ਕੀ ਕੀਤਾ ਹੈਗਾ, ਟਰਮੀਨੇਟ ਕਰਤਾ, ਕਿ ਜਦੋਂ ਇਹ ਕਹਿ ਕੇ ਟਰਮੀਨੇਟ ਕੀਤਾ ਕਿ ਜਦੋਂ ਵੀ ਸਾਨੂੰ ਲੋੜ ਪਊਗੀ ਅਸੀਂ ਪਹਿਲਾਂ ਤੁਹਾਨੂੰ ਹੀ ਸੱਦਾਂਗੇ। ਤੇ ਇਹ ਹੈਗੇ ਆਪਣੇ ਕੋਲੇ ਤਿੰਨ ਤਰੀਕੇ, ਤਿੰਨ ਟਾਈਪਸ ਇੰਟਰਨਲ ਰਿਕਰੂਟਮੈਂਟ ਦੇ ਵਿੱਚ, ट्रांसफर, प्रमोशन ते ले ऑफ। प्रमोशन दे विच एक डिमोशन भी आ जांदा है, लेकिन मेनली की हुंदा है प्रमोशन ही किया जाता है। क्लीयर होए तीनों चीज़ां, ठीक है। इंटरनल रिक्रूटमेंट दे सोर्सेस क्लीयर हो गया। हुण नैक्सट आपां डिस्कस करते हैं एक्सटर्नल रिक्रूटमेंट दे सोर्सेस। एक्सटर्नल दे विच सारियां चीज़ां आ जांदियां हैगियां, डायरैक्ट रिक्रूटमेंट, कैजुअल कॉलर्स वगैरह सारा कुछ वन बाय वन करके इन्हां सारियां नूं आपां डिस्कस करना शुरू करते हैं। सब तो पहला आपां डिस्कस कर देंगे डायरैक्ट रिक्रूटमेंट। तो देखो डायरैक्ट रिक्रूटमेंट की हुंदी हैगी, तुसीं बहुत वारी देखिया होगा कि दुकानां वगैरह दे बाहर ਜਿਹੜੇ ਬਿਜ਼ਨੈਸਿਸ ਕਰਦੇ ਆ ਲੋਕੀ, ਦੁਕਾਨਾਂ ਵਗੈਰਾ ਹੁੰਦੀਆਂ ਹੈਗੀਆਂ, ਇਹਨਾਂ ਦੇ ਬਾਹਰ ਨਾ ਇੱਕ ਬੋਰਡ ਲੱਗਿਆ ਹੁੰਦਾ ਹੈਗਾ ਕਿ ਕੰਮ ਕਰਨ ਵਾਲੇ 2 ਬੰਦਿਆਂ ਦੀ ਲੋੜ ਹੈ, ਕੰਮ ਕਰਨ ਲਈ 1 ਬੰਦੇ ਦੀ ਲੋੜ ਹੈ, ਕੰਮ ਕਰਨ ਵਾਲੇ 3 ਬੰਦਿਆਂ ਦੀ ਲੋੜ ਹੈ। ਦੇਖਿਆ ਨਾ ਇਹ ਸਾਰੀ ਚੀਜ਼ਾਂ। ਤਾਂ ਇਸ ਤਰ੍ਹਾਂ ਦੀ ਰਿਕਰੂਟਮੈਂਟ ਜਿਹੜੀ ਹੁੰਦੀ ਹੈਗੀ ਉਹਨੂੰ ਆਪਾਂ ਕੀ ਨਾਮ ਦਿੰਨੇ ਹੈਗੇ, डायरैक्ट रिक्रूटमेंट का नाम दिने हैं। जो कोई भी ऑर्गेनाइजेशन जो है अपनी इंप्लॉयज की नीड इदा डायरैक्टली अपने किसी नोटिस बोर्ड से चिपका के, उन्होंने नोटिस चिपकाता अपने नोटिस बोर्ड से, फैक्ट्री के बाहर उन्होंने एक नोटिस लगाता कि सानू इन्ने बंदियां दी लोड़ है, इदा जो वो रिक्रूटमेंट कर देगी तो उन्होंने आपां की कहेंगे डायरैक्ट रिक्रूटमेंट। It refers to that source of recruitment under which a notice is placed. Notice place कितना है, notice ते लिखा होगा जिन्ने सानू बंदे दी लोड हैगी, is placed on the notice board of the organization specifying the details of the job available on daily wage basis। daily wage basis ते आपां की कर रहे हैं employees नू अपॉइंट करना हैगा, ते ओदे लई जो तुहानू इंप्लॉयज दी नीड हैगी, किस तरह दी इंप्लॉयज दी नीड हैगी, वो सारी नीड तुसीं एक नोटिस ते लिख के की कर रहे हो, नोटिस बोर्ड ते चिपका रहे हो, फैक्ट्री दे बाहर ला रहे हो, वो सारी चीज़ां किहदे विच आ जांदियां कि डायरैक्ट रिक्रूटमेंट दे विच आ जांदियां। हुण डायरैक्ट रिक्रूटमेंट यूज करके मोस्टली कंपनीज की करदियां, जो लेबर वर्कफोर्स आपां नू रिक्वायर हुंदी हैगी, नॉन स्किल्ड वर्कर्स की जो रिक्वायरमेंट होंगी हैगी वो रिक्वायरमेंट पूरी कर देगी कंपनीज डायरैक्ट रिक्रूटमेंट। कदे भी जो स्किल्ड वर्कर, स्किल्ड इंप्लॉयज मैनेजर लैवल ते तुसी जो इंप्लॉयज अपॉइंट करने होंगे कि वो डायरैक्ट रिक्रूटमेंट थ्रू अपॉइंट नहीं किए जाते, उन्होंने टैसट वगैरह भी लिते जाते हैं, प्रॉपरली रिक्रूट किए जाते हैं। लेकिन जो अनस्किल्ड वर्कर्स आपको चाहिए है वो आप डायरैक्ट रिक्रूटमेंट थ्रू अपॉइंट कर सकते हैं। नैक्सट आ जाते हैं कैजुअल कॉलर्स। कैजुअल कॉलर्स कौन होंगे हैं, हुण देखो वड्डियां वड्डियां जिहड़ियां कंपनीज होंदियां, उन्हां वड्डियां वड्डियां कंपनीज दे विच की हुंदा हैगा, जिहड़े बाबा पढ़े लिखे लोग होंगे ना, जिवें तुसीं भी पढ़ लिख जाओगे, वड्डी कुछ ग्रेजुएशन वगैरह कर दोगे है ना, जो तुहानूं जॉब चाहिए होगी तो तुसीं की करोगे, वड्डियां वड्डियां कंपनियां दे विच आपदी क्वालिफिकेशन, आपदा रिज्यूमे वगैरह सेंड करते रहोगे जॉब लई अप्लाई करन। तो इदा ही लोग की करते हैं, वड्डी वड्डी ऑर्गेनाइजेशंस दे विच आपदी एप्लीकेशन टाइमली भेजते रहते हैं कि बई असीं इस असीं पढ़ाई कीती है, सानूं इन्ना एक्सपीरियंस, असीं इस चीज़ दे विच क्वालीफाइड हाँ, साडे कोल स्किल्स है, इदों आपदी इंफॉर्मेशन भेजते रहते हैं। तो कंपनीज कोले इदां दा काफ़ी डेटा इकट्ठा होया पिया हुंदा हैगा लोकां दा एप्लीकेशनस दा। तो जदों भी कंपनी नूं नीड हुंदी हैगी, कोई वेकेंट पोस्ट हुंदी हैगी, खाली हुंदी हैगी पोस्ट, तो वो की करदे कि इन्हां कैंडीडेट्स तो जिहड़ियां हाँ इन्हां नूं टाइमली एप्लीकेशनस आंदियां रहिंदियां कंपनी नूं, इन्हां एप्लीकेशनस दे विचों सर्च करके लोकां नूं कॉल्स करनियां शुरू कर दिंदे। तो इस तरह की रिक्रूटमेंट नूं की किया गया
casual calling. It refers to that source of recruitment under which the organization keeps a database of unsolicited applications to fill the vacancies easily as they arise. Unsolicited मतलब कि unrequested applications ਜਿਹੜੀਆਂ ਕਿ ਆਪਾਂ ਨਹੀਂ ਮੰਗਾਈਆਂ ਲੇਕਿन खुद ਲੋਕੀ ਆਪਾਂ ਨੂੰ applications ਭੇਜ ਰਹੇਗੇ, ਉਹਨਾਂ applications ਦਾ ਵੀ companies ਕੀ ਕਰ ਦੇਣਗੀ, database ਬਣਾ ਕੇ ਰੱਖ ਦੇਣਗੀ, ਇੱਕ record maintain ਕਰਕੇ ਰੱਖ ਦੇਣਗੀ ਤਾਂ ਕਿ ਕੱਲ ਨੂੰ ਜਦੋਂ ਵੀ ਆਪਾਂ ਨੂੰ need arise ਹੁੰਦੀ ਹੈ, ਕੋਈ post ਖਾਲੀ ਹੁੰਦੀ ਹੈਗੀ, ਇਹਨਾਂ applications ਦੇ ਵਿੱਚੋਂ search ਕਰਕੇ ਜੇ ਆਪਾਂ ਨੂੰ ਕੋਈ ਵਧੀਆ qualified person ਮਿਲ ਜਾਏਗਾ ਤਾਂ ਆਪਾਂ ਉਹਨੂੰ ਅਪਾਇੰਟ ਕਰ ਸਕੀਏ। ਤਾਂ ਇਦਾਂ ਦੀ ਜਦੋਂ ਤੁਸੀਂ ਕਾਲਿੰਗ ਕਰਕੇ ਜਿਹੜਾ ਪੁਰਾਣਾ ਡਾਟਾ ਤੁਹਾਡੇ ਕੋਲੇ ਪਿਆ ਹੈਗਾ, ਟਾਈਮਲੀ ਲੋਕ ਐਪਲੀਕੇਸ਼ਨਸ ਭੇਜਦੇ ਰਹਿੰਦੇ ਹੈਗੇ, ਇਹਨਾਂ ਦੇ ਵਿੱਚ ਜਦੋਂ ਤੁਸੀਂ ਕਾਲ ਕਰਕੇ ਕੈਂਡੀਡੇਟਸ ਨੂੰ ਬੁਲਾਉਂਦੇ ਹੋਗੇ ਆਰਗੇਨਾਈਜੇਸ਼ਨ ਦੇ ਵਿੱਚ, ਇਹਨਾਂ ਨੂੰ ਆਪਾਂ ਕਹਿੰਦੇ ਕੈਜੂਅਲ ਕਾਲਰਸ ਟਾਈਪ ਆਫ ਰਿਕਰੂਟਮੈਂਟ। ਫਿਰ ਆ ਜਾਂਦਾ ਹੈਗਾ ਮੀਡੀਆ ਐਡਵਰਟਾਈਜ਼ਿੰਗ, इंस्टाग्राम, फेसबुक, न्यूज़पेपर, मैगजीन्स, जर्नल्स एटसेट्रा इन्हां दे थ्रू जदों तुसीं की कर रहे होगे आपदी वैकेंसीज बारे दस रहे हो लोकां नूं ते लोकां नूं कह रहे हो कि भाई साडे कोल अप्लाई करो आके ये हुंदी हैगी मीडिया एडवरटाइजिंग। हुण तुसीं न्यूज़पेपर दे विच देखिया होगा कि न्यूज़पेपर दे विच एक कॉलम इहो जिहा हुंदा हैगा जिहदे विच खाली वैकेंसीज कंपनीज दे विच किहड़ी-किहड़ी कंपनी दे विच वैकेंसी हैगी, किस-किस क्वालिफिकेशन दी वैकेंसी, की ओह सैलरी प्रोवाइड करनगे, इदां दी इक इंफॉर्मेशन दा कॉलम बनिया हुंदा है। तो किहदे विच आंदा है, मीडिया एडवरटाइजमेंट दे विच आंदा है। The advertisement is the most common and preferable source of external recruiting. The ads in newspaper, professional journals give a comprehensive detail about the organization type, nature of job, position, skills required, qualification, experience expected, etc. मतलब जो भी ads newspaper वगैरह ਦੇ ਵਿੱਚ ਦਿੱਤੀ ਹੁੰਦੀ ਹੈ ਉਹਦੇ ਵਿੱਚ ਸਾਰੀ information mention ਕੀਤੀ ਹੁੰਦੀ ਹੈਗੀ। This helps an individual to self evaluate himself against the job requirement। ਤੇ ਉਹ information ਇਹ ਸਾਰੀ information ਪੜ੍ਹ ਕੇ ਆਪਾਂ ਦੇਖ ਸਕਦੇ ਹਾਂ ਕਿ ਆਪਾਂ ਇਸ job ਲਈ qualified ਹੈ ਜਾਂ ਨਹੀਂ ਹੈ। ਜੇ ਆਪਾਂ qualified है तो आप अप्लाई कर देंगे if we are interested। next is employment exchange। तो देखो employment exchange and placement and management consultant ਇਹ ਤਿੰਨੋਂ ਇੱਕੋ ਜਿਹੇ ਹੁੰਦੇ ਹੈਗੇ। ਬਹੁਤ ਸਾਰੀਆਂ organizations ਬਣੀਆਂ ਹੋਈਆਂ ਹੈਗੇ। employment exchange ਜੋ ਹੈ ਉਹ government ਦੀ ਇੱਕ organization ਹੈਗੀ ਜਿਹਦੇ ਵਿੱਚ मतलब कि government ਦੀ ਇੱਕ organization ਖੁੱਲੀ ਹੋਈ ਹੈਗੀ ਜੋ ਕਿ jobs ਦੀ demand एंड सप्लाई नू पूरा करते हैं। जॉब दी डिमांड एंड सप्लाई नू पूरा करते हैं मतलब कि ये जिहड़ी एम्प्लॉयमेंट एक्सचेंज हुंदे हैगे ना इन्हां दे कैंडीडेट्स मतलब जॉब सीकर्स जिन्हां बंदियां नू जॉब दी लोड़ हुंदी हैगी उन्हां नाल भी कॉन्टैक्ट हुंदा हैगा प्लस कंपनीज जिन्हां ने जॉब्स देनियां हुंदियां हैगियां उन्हां नाल भी इन्हां दी कॉन्टैक्ट हुंदा हैगा। तो जदों भी कोई कंपनी नीड अराइज करदी हैगी तो ओह इन्हां कैंडीडेट्स दे विचों जिहड़े कैंडीडेट्स इन्हां कोल डाटा हैगा ओह कंपनी नूं उन्हां कैंडीडेट्स दी सप्लाई कर दिंदी हैगी। तो इस तरह नाल एक ही करदे हैगे जो भी जॉब सीकर हुंदे ते जॉब प्रोवाइडर हैगा ओनू आपस दे विच मिलवाउण दा काम करदे। जिवें यार मैरिज ब्यूरो हुंदा, मैरिज ब्यूरो दा की काम है मुंडा कुड़ी नूं मिलाना, ओह भी एम्प्लॉयमेंट एक्सचेंज दा की काम है जो जॉब सीकर है ते जो जॉब प्रोवाइडर है ओनू आपस दे विच मिलवाना। Employment exchange is the office run by the government wherein the details about the job seekers such as name, qualification, experience, etc. is stored and is given to the employers who are searching for men for their organization। ਜਿਹੜੇ job seeker है candidates है ਉਹਨਾਂ ਦੀ ਪੂਰੀ डिटेल ਇਹਨਾਂ ਕੋਲੇ ਰਿਕਾਰਡ ਹੁੰਦੀ ਹੈਗੀ ਤੇ ਜਿਹੜੇ ਲੋਕ employers ਹੁੰਦੇ ਜਿਨ੍ਹਾਂ ਨੂੰ ਬੰਦਿਆਂ ਦੀ ਲੋੜ ਹੁੰਦੀ ਹੈਗੀ ਇਹ ਉਹਨਾਂ ਦੀ डिटेल प्रोवाइड कर ਦਿੰਦੇ ਹੈਗੇ। It is the most common source of external recruitment that offers job to unskilled, semi-skilled and skilled workers। तो skilled, unskilled, semi-skilled workers mostly जो है वो ਆਪਾਂ employment exchange through अपॉइंट करते हैं। मतलब employment exchange जो है वो unskilled, semi-skilled और ते skilled ਇਹਨਾਂ ਦੋਨਾਂ ਨੂੰ ਇਹਨਾਂ ਤਿੰਨਾਂ ਟਾਈਪ ਦੇ ਵਰਕਰਸ ਜਿਹੜੇ ਹੁੰਦੇ EMPLOYEES ਜਿਹੜੇ ਹੁੰਦੇ ਹੈਗੇ ਉਹ ਰਿਕਰੂਟ ਕਰਵਾਉਣ ਦੇ ਵਿੱਚ ਆਪਾਂ ਨੂੰ ਹੈਲਪ ਕਰਦੇ ਆ। प्लेसमेंट एजेंसीज एंड मैनेजमेंट कंसल्टेंट्स सिमिलर जी है प्लेसमेंट एजेंसी से मैनेजमेंट कंसल्टेंट्स भी कुछ दो ऑर्गेनाइजेशंस ने गया जिवें एम्प्लॉयमेंट एक्सचेंज एक ऑर्गेनाइजेशन है उवें प्लेसमेंट एजेंसी भी एक ऑर्गेनाइजेशन है। एम्प्लॉयमेंट एक्सचेंज इज रन बाय गवर्नमेंट रन करती है लेकिन प्लेसमेंट एजेंसीज जो होंगी है वो प्राइवेट प्लेसमेंट यानी कि प्राइवेट
इंडिविजुअल्स जो होंगे वो रन कर देंगे प्लेसमेंट एजेंसीज नो। इट रेफर्स टू दैट सोर्स ऑफ रिक्रूटमेंट अंडर विच प्राइवेट प्लेसमेंट एजेंसीज एंड प्रोफेशनल बॉडीज प्रोवाइड अ नेशन वाइड सर्विस इन मैचिंग पर्सनल डिमांड एंड सप्लाई एंड गेट फी फॉर रेंडरिंग दिस सर्विस। एक ही करते नेशन वाइड जो भी डिमांड एंड सप्लाई होंगी हैगी इंप्लॉयज दी ते इंप्लॉयर्स नु है वो डिमांड फुलफिल करके दिंदे हैगे, यानी कि वही जॉब सीकर ते जॉब प्रोवाइडर जेड़ा हुंदा उन्हां नु आपस दे विच मिलवाउण दा काम करदे हैगे ते ये काम करन दे बदले इन्हां नु फीस भी मिलदी हैगी। जॉब प्रोवाइडर तो भी ये फीस लेंदे हैगे, चार्ज करदे हैं, तो जॉब सीकर तो भी ये कुछ ना कुछ फीस चार्ज करते हैगे। समझ आ गया? बस डिफरेंस ये है कि वो गवर्नमेंट रन करती है, प्राइवेट इंडिविजुअल्स रन करते हैगे। हुण आ जाओ मैनेजमेंट कंसल्टेंट्स ते। It refers to that source of recruitment under which a management consultancy firm help various organizations to fill up vacancies of middle level and top level executives and get fees for rendering services। हुण जिहड़ी मैनेजमेंट कंसल्टेंसी फर्म्स हुंदियां हैगियां ये मोस्टली जिहड़े मिडल ते टॉप लेवल मैनेजर्स हुंदे मिडल ते टॉप लेवल इंप्लॉयज हुंदे हैगे उन्हां नूं फिल अप करन दे विच अपनी हेल्प करदे। ये भी प्राइवेट इंडिविजुअल्स ही ऑर्गेनाइजेशंस चला रहे हुंदे हैगे, बस ये आपां नूं मैनेजमेंट दे विच कंसल्टेंसी दिंदे हैगे, हेल्प करदे हैगे कि आपां किस लेवल मिडल लेवल ते किस तरह दे इंप्लॉयज ते टॉप लेवल ते किस तरह दे इंप्लॉयज होने चाहिए ते वो अपनी नीड पूरी करन दे विच भी हेल्प करदे। मोर ओवर ये जिहड़ी ऑर्गेनाइजेशन हुंदी है कंपनी दे बिहाफ ते एडवरटाइजमेंट करन दे विच भी हेल्प करदे हैगे कि कंपनी जो एडवरटाइजमेंट करके लोकां नूं रिक्रूट कर देगी वो एडवरटाइजमेंट बनाउण दे विच एडवरटाइजमेंट करन दे विच भी ये की करदे कंपनी दी हेल्प कर देगे। तो कई बार क्वेश्चन आ जांदा हुंदा हैगा कि प्लेसमेंट एजेंसी एम्प्लॉयमेंट एक्सचेंज या मैनेजमेंट कंसल्टेंसी फर्म्स दे विचों कौन कंपनी दे बिहाफ ते एडवरटाइजिंग करन दा भी काम करदा है, तो आंसर इज मैनेजमेंट कंसल्टेंसी। नेक्स्ट है कैंपस रिक्रूटमेंट। तुसी बहुत बारी सुनिया होगा कि कॉलेज दे विच कंपनी आई सी तो उन्होंने उत्थों ही जॉब दे दी, तो ये जिहड़ी कॉलेज दे विच कंपनी आके जॉब दे दिंदी है कि स्टूडेंट्स नूं उन्होंने आपां की कहने कि कैंपस रिक्रूटमेंट। बहुत सारे बड़े बड़े जिहड़े कॉलेजेस हुंदे हैगे उन्हां दे वड्डियां वड्डियां कंपनीज नाल की हुंदे है कि डीलिंग हुंदी है, कॉन्टैक्ट हुंदे हैगे ते जदों भी नीड हुंदी हैगी जिहड़े फाइनल ईयर दे स्टूडेंट्स हुंदे हैगे उन्हां नूं कंपनी वाले उन्हां दा इंटरव्यू लैंदे हैगे कॉलेज च आके ते उन्हां नूं की कर लैंदे रिक्रूट कर लैंदे। कैंपस रिक्रूटमेंट मीनस दैट the person is recruited from the campus of the college itself। college ਦੇ campus ਦੇ ਵਿੱਚ ਹੀ ਉਹਨਾਂ ਨੂੰ recruit ਕੀਤਾ ਜਾ ਰਿਹਾ। many companies are in close contact with the college and when the term ends मतलब कि ਜਦੋਂ ਜੋ ਉਹਨਾਂ ਦੀ ਡਿਗਰੀ ਹੈ ਲਾਸਟ ਈਅਰ ਹੁੰਦਾ ਹੈਗਾ they go for recruit people for their vacant post। This is done for managerial and technical staff। technical ਤੇ managerial staff ਦੀ ਜੋ vacant post ਹੁੰਦੀ ਹੈ ਉਹਨਾਂ ਨੂੰ fill up ਕਰਨ ਲਈ ਕੰਪਨੀਆਂ ਕੀ ਕਰਦੀਆਂ ਹੈਗੀਆਂ ਕਾਲਜਸ ਦੇ ਵਿੱਚ ਜਾਂਦੀਆਂ ਹੈਗੀਆਂ ਤੇ ਜੋ ਫਾਈਨਲ ਈਅਰ ਵਾਲੇ ਸਟੂਡੈਂਟਸ ਹੈਗੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਇੰਟਰਵਿਊ ਲੈ ਕੇ ਉਹਨਾਂ ਨੂੰ ਡਾਇਰੈਕਟਲੀ ਉੱਥੋਂ ਰਿਕਰੂਟ ਕਰ ਲੈਂਦੇ ਆ। ਰਿਕਮੈਂਡੇਸ਼ਨ ਆਫ EMPLOYEES ਜਿਹੜੇ ਲੇਬਰ फोर्स हुंदी है अपनी वर्क फोर्स हुंदी है प्लेटफॉर्म एरिया ते काम करने वाले लोग हुंदे हैगे कई बारी उन्हां दी जो रिक्वायरमेंट हुंदी हैगी वो आपां रिकमेंडेशन ऑफ एम्प्लॉयज ते भी की कर देंगे फुलफिल कर लेंगे हैगे कि जो अपने कोले एग्जिस्टिंग एम्प्लॉयज हुंदे हैगे कि कुछ ਉਹ ਜੇ ਆਪਣੇ ਯਾਰ ਦੋਸਤ ਜਾਂ ਫੈਮਿਲੀ ਮੈਂਬਰ ਦੇ ਵਿੱਚ ਕੋਈ ਬੰਦਾ ਰਿਕਮੈਂਡ ਕਰ ਦਿੰਦੇ ਹੈਗੇ ਕਿ ਤੁਸੀਂ ਇਹਨੂੰ ਅਪਾਇੰਟ ਕਰ ਲਓ ਤੇ ਇਦਾਂ ਦੇ ਤਰੀਕੇ ਵੀ ਯੂਜ਼ ਕੀਤੇ ਜਾ ਸਕਦੇ ਹੈਗੇ EMPLOYEES ਨੂੰ ਅਪਾਇੰਟ ਕਰਨ ਲਈ। With a view to establishing good employer-employee relations, sometimes managers recruit people on the recommendation of their existing employees। In this way, present employees feel encouraged and there is complete control over new employees। This source is mostly used for appointing lower-level employees। ਜਦੋਂ ਤੁਸੀਂ ਕਿਸੇ ਦੀ recommendation ਤੇ ਮੰਨ ਲਓ ਕਿ ਯਾਰ ਤੁਸੀਂ ਦੁਕਾਨ ਤੇ ਕੰਮ ਕਰ ਦੋ ਕਿਸੇ ਦੀ, ਠੀਕ ਹੈ, ਥੋੜਾ ਜੋ ਬੌਸ ਹੈ ਉਹ ਕਹਿ ਦਿੰਦਾ ਕਿ ਯਾਰ ਇੱਕ ਹੋਰ ਬੰਦੇ ਦੀ ਲੋੜ ਹੈ, ਤੁਸੀਂ ਕਹਿੰਦੇ ਹੋ ਕਿ ਹਾਂ ਯਾਰ ਮੇਰਾ ਇੱਕ ਹਾਂ ਸਰ ਮੇਰਾ ਯਾਰ ਦੋਸਤ ਹੈ ਮੈਂ ਉਹਨੂੰ ਲਿਆਉਂਗਾ ਕੱਲ ਤੋਂ, ਤੇ ਇਦਾਂ ਦੀ ਜੋ ਰਿਕਮੈਂਡੇਸ਼ਨ ਤੇ ਆਪਾਂ ਰਿਕਰੂਟ ਕਰ ਰਹੇ ਹਾਂ ਬੰਦਾ ਉਹ ਆ ਜਾਂਦਾ ਰਿਕਮੈਂਡੇਸ਼ਨ ਆਫ EMPLOYEES ਤੇ। ਤਾਂ ਮੋਸਟਲੀ ਕੰਪਨੀਆਂ ਜੇ ਇਦਾਂ ਦਾ ਕੋਈ ਸੋਰਸ ਯੂਜ਼ ਵੀ ਕਰਦੀਆਂ ਕਿ ਉਹਦੇ ਤੇ ਕੋਈ ਵੀ ਹਾਈ ਲੈਵਲ ਪੋਸਟ ਜਾਂ ਮੈਨੇਜਰ ਲੈਵਲ ਪੋਸਟ ਦਾ EMPLOYE ਨਹੀਂ ਆਪਾਂ EMPLOY ਕਰਾਂਗੇ, ਕਿਹੜਾ ਕਰਾਂਗੇ ਸਿਰਫ ਲੋਅਰ ਲੈਵਲ ਦੇ ਕੰਮ ਕਰਨ ਵਾਲੇ ਲੇਬਰ ਜਿਹੜੀ ਫੋਰਸ ਹੁੰਦੀ ਲੇਬਰ ਫੋਰਸ ਜਿਹੜੀ ਹੁੰਦੀ ਹੈਗੀ ਉਹੀ ਇਦਾਂ EMPLOY ਕੀਤੀ ਜਾਂਦੀ ਹੈ। ਲੇਬਰ ਕੰਟਰੈਕਟਰਸ ਜਿਨ੍ਹਾਂ ਨੂੰ ਆਪਾਂ ਠੇਕੇਦਾਰ ਕਹਿ ਦਿੰਦੇ ਨਾ ਉਹ ਹੁੰਦੇ ਹੈਗੇ ਲੇਬਰ ਕੰਟਰੈਕਟਰਸ। ਮਤਲਬ ਲੇਬਰ ਕੰਟਰੈਕਟਰਸ ਜਿਨ੍ਹਾਂ ਦਾ ਲੇਬਰ ਨਾਲ ਡਾਇਰੈਕਟਲੀ ਕੰਟਰੋਲ ਹੁੰਦਾ, ਕੰਪਨੀ ਨਾਲ ਵੀ ਉਹਨਾਂ ਦਾ ਕੰਟੈਕਟ ਹੁੰਦਾ, ਸੌਰੀ ਕੰਟਰੋਲ ਨਹੀਂ ਹੁੰਦਾ, ਲੇਬਰ ਨਾਲ ਡਾਇਰੈਕਟਲੀ ਉਹਨਾਂ ਦਾ ਕੰਟੈਕਟ ਹੁੰਦਾ ਤੇ ਕੰਪਨੀ ਨਾਲ ਵੀ ਉਹਨਾਂ ਦਾ ਕੀ ਹੁੰਦਾ ਹੈਗਾ ਕੰਟੈਕਟ ਹੁੰਦਾ ਹੈਗਾ। ਜਦੋਂ ਵੀ ਕੰਪਨੀ ਨੂੰ ਲੇਬਰ ਦੀ ਲੋੜ ਪੈਂਦੀ ਹੈਗੀ ਜਾਂ ਐਕਸਟਰਾ ਬੰਦਿਆਂ ਦੀ ਲੋੜ ਪੈਂਦੀ ਹੈਗੀ ਤਾਂ ਕੰਪਨੀ ਕੀ ਕਰਦੀ ਹੈ ਲੇਬਰ ਕੰਟਰੈਕਟ ਨਾਲ ਡੀਲ ਕਰਦੀ ਹੈ, ਕੰਟੈਕਟ ਕਰਦੀ ਹੈਗੀ ਤਾਂ ਉਹ ਲੇਬਰ ਕੰਟਰੈਕਟਰ ਕੰਪਨੀ ਦੀ ਉਸ ਨੀਡ ਨੂੰ ਫੁਲਫਿਲ ਕਰ ਦਿੰਦਾ। Labor contractors are the people who are in close contact with the workers, laborers।
This is helpful in filling up the position of unskilled and semi-skilled work, and this system of labor recruitment is very much popular in road construction, building construction, etc. कंस्ट्रक्शन वगैरह ਦੇ ਕੰਮ ਦੇ ਵਿੱਚ ਮੋਸਟਲੀ ਕੀ ਹੁੰਦਾ ਹੈਗਾ, ਇਸ ਤਰ੍ਹਾਂ ਦੀ ਜੋ ਰਿਕਰੂਟਮੈਂਟ ਹੈਗੀ ਉਹ ਕੀਤੀ ਜਾਂਦੀ ਹੈਗੀ। ਤੁਸੀਂ ਕੰਟਰੈਕਟਰ ਨੂੰ ਕਹਿ ਦਿੰਦੇ ਹੋ ਕਿ ਸਾਨੂੰ ਇੰਨੇ ਬੰਦਿਆਂ ਦੀ ਲੋੜ ਹੈਗੀ ਤੇ ਕੰਟਰੈਕਟਰ ਤੁਹਾਨੂੰ ਉਹਨੇ ਬੰਦੇ ਯਾਨੀ ਕਿ ਉਹਨੇ ਲੇਬਰ ਦੇ ਬੰਦੇ ਪ੍ਰੋਵਾਈਡ ਕਰ ਦਿੰਦਾ ਹੈ। ਟੈਲੀਕਾਸਟਿੰਗ, ਟੈਲੀਵਿਜ਼ਨ ਤੇ ਵੀ ਅੱਜਕੱਲ ਕੀ ਹੋ ਗਿਆ, ਜੌਬ ਦੀ ਐਡ ਦੇ ਦਿੱਤੀ ਜਾਣ ਲੱਗ ਗਈ ਹੈਗੀ, ਤਾਂ ਕਿਹਦੇ ਵਿੱਚ ਆ ਜਾਂਦਾ ਹੈਗਾ ਟੈਲੀਕਾਸਟਿੰਗ, ਕਿ ਜਦੋਂ ਤੁਸੀਂ ਟੀਵੀ ਜਾਂ ਰੇਡੀਓ ਕਿਸੇ ਵੀ ਬ੍ਰੌਡਕਾਸਟਿੰਗ ਮੀਡੀਆ ਦੇ ਥਰੂ ਕੀ ਕਰ ਰਹੇ ਹੋਗੇ, ਆਪਦੀ ਕੰਪਨੀ ਦੀ ਇਨਫੋਰਮੇਸ਼ਨ ਦੇ ਰਹੇ ਹੋ, ਡਿਟੇਲਸ ਦੇ ਰਹੇ ਹੋ, ਜੌਬ ਜਿਹੜੀ ਖਾਲੀ ਹੈ ਤੁਹਾਡੀ ਕੰਪਨੀ ਦੇ ਵਿੱਚ ਉਹਦੀ ਇਨਫੋਰਮੇਸ਼ਨ ਦੇ ਰਹੇ ਹੋਗੇ, ਕਿੰਨੀ ਸੈਲਰੀ ਦੋਗੇ ਤੁਸੀਂ ਉਹਦੀ ਵਗੈਰਾ ਇਨਫੋਰਮੇਸ਼ਨ ਦੇ ਰਹੇ ਹੋ, ਕਿਸ ਤਰ੍ਹਾਂ ਦੇ ਕੁਆਲੀਫਿਕੇਸ਼ਨ ਦਾ, ਕਿਸ ਕੰਪੀਟੈਂਸੀ ਦਾ ਤੁਹਾਨੂੰ ਬੰਦਾ ਚਾਹੀਦਾ ਉਹਦੀ ਇਨਫੋਰਮੇਸ਼ਨ ਦੇ ਰਹੇ ਹੋ, ਤੇ ਇਸ ਤਰ੍ਹਾਂ ਨਾਲ ਇੱਕ ਬੰਦਿਆਂ ਨੂੰ ਇਨਵਾਈਟ ਕਰ ਰਹੇ ਹੋ ਤਾਂ ਉਹ ਆ ਜਾਂਦਾ ਹੈਗਾ ਟੈਲੀਕਾਸਟਿੰਗ ਦੇ ਵਿੱਚ। ਤਾਂ ਲਿਖਿਆ ਹੋਏਗਾ, ਤੁਸੀਂ ਪੜ੍ਹ ਲਓ ਕੀ ਹੈਗਾ। ਡਿਊਰਿੰਗ ਦੀ ਕੋਰਸ ਆਫ ਟੈਲੀਕਾਸਟਿੰਗ ਇਨਫੋਰਮੇਸ਼ਨ ਅਬਾਊਟ ਵੈਕੈਂਟ ਪੋਸਟ, ਰਿਕੁਆਇਰਡ ਕੁਆਲੀਫਿਕੇਸ਼ਨ, ਐਕਸਪੀਰੀਅੰਸ, ਪੋਸੀਬਲ ਰੈਮੂਨਰੇਸ਼ਨ, ਪ੍ਰੋਫਿਟ ਆਫ ਦੀ ਆਰਗੇਨਾਈਜੇਸ਼ਨ ਆਰ ਡਿਸਪਲੇਡ। ਕੰਪਨੀ ਬਾਰੇ, ਪੋਸਟ ਬਾਰੇ, ਠੀਕ ਹੈ, ਕੀ ਸੈਲਰੀ ਹੋਊਗੀ, ਇਹਦੇ ਬਾਰੇ ਕੁਆਲੀਫਿਕੇਸ਼ਨ ਕੀ ਰਿਕੁਆਇਰਡ ਹੈ, ਇਹਦੇ ਬਾਰੇ ਆਪਾਂ ਟੀਵੀ ਥਰੂ ਦੱਸ ਰਹੇ ਹਾਂ, ਉਹ ਆ ਜਾਂਦਾ ਹੈਗਾ ਟੈਲੀਕਾਸਟਿੰਗ ਦੇ ਵਿੱਚ। ਲਾਸਟ ਇਜ਼ ਵੈਬ ਪਬਲਿਸ਼ਿੰਗ। ਅੱਜਕੱਲ ਬਹੁਤ ਸਾਰੀਆਂ ਵੈਬਸਾਈਟਸ ਕ੍ਰੀਏਟ ਹੋ ਗਈਆਂ ਹੈਗੀਆਂ ਜਿਹਦੇ ਥਰੂ ਤੁਸੀਂ ਕੀ ਕਰ ਸਕਦੇ ਹੋ, ਜੌਬ ਲੈ ਸਕਦੇ ਹੋਗੇ, ਤੇ ਜੋ ਉਸ ਜੌਬ ਲੈ ਸਕਦੇ ਹੋਗੇ ਉਹ ਕੀ ਹੁੰਦੀ ਹੈ, ਵੈਬ ਪਬਲਿਸ਼ਿੰਗ ਦੇ ਵਿੱਚ ਆ ਜਾਂਦੀ ਹੈ। www.naukri.com, ਲਿੰਕਡਇਨ ਐਟਸੈਟਰਾ, ਇਹ ਸਾਰੀਆਂ ਕਿਹਦੇ ਵਿੱਚ ਆ ਜਾਂਦੀਆਂ, ਵੈਬ ਪਬਲਿਸ਼ਿੰਗ ਦੀ ਡੈਫੀਨੇਸ਼ਨ ਦੇ ਵਿੱਚ ਆ ਜਾਂਦੀ ਹੈ, ਸੌਰੀ ਵੈਬ ਪਬਲਿਸ਼ਿੰਗ ਦੀ ਐਗਜ਼ਾਮਪਲ ਦੇ ਵਿੱਚ ਆ ਜਾਂਦੀ ਹੈ। These days, internet has become an important medium for recruitment. Special websites have been created for the purpose of recruitment through internet, such as this. ਆ ਸਾਰੀਆਂ ਜੋ websites ਹੈ ਉਹ create ਕੀਤੀਆਂ ਗਈਆਂ ਹੈਗੀਆਂ ਲੋਕਾਂ ਨੂੰ job provide ਕਰਨ ਲਈ। ਇੱਥੇ ਵੀ ਬੇਸਿਕਲੀ ਉਹੀ ਕੰਮ ਹੋ ਰਿਹਾ ਹੈਗਾ, ਜੌਬ ਸੀਕਰ ਤੇ ਜੌਬ ਪ੍ਰੋਵਾਈਡਰ ਦਾ ਮਿਲਨ ਹੋ ਰਿਹਾ ਹੈਗਾ ਇਹਨਾਂ ਸਾਰੀਆਂ ਸਾਈਟਸ ਦੇ ਵਿੱਚ ਵੀ, ਠੀਕ ਹੈ। ਬਸ ਇੱਥੇ ਬੇਸਿਕਲੀ ਨੈਟ ਦੇ ਥਰੂ ਤੁਸੀਂ ਇਹ ਕੰਮ ਕਰ ਰਹੇ ਹੋ। ਇੰਪਲੋਇਮੈਂਟ ਐਕਸਚੇਂਜ, ਕੋਈ ਬੰਦਾ ਆਫਿਸ ਖੋਲ ਕੇ ਬੈਠੇਗਾ ਤੇ ਉਹ ਇਹਨਾਂ ਨੂੰ ਮਿਲਵਾਉਣ ਦਾ ਕੰਮ ਕਰ ਰਿਹਾ। ਤਾਂ ਇਹ ਸੀਗੇ ਐਕਸਟਰਨਲ ਰਿਕਰੂਟਮੈਂਟ ਦੇ ਸੋਰਸਿਸ ਆਪਣੇ ਕੋਲੇ ਸਾਰੇ ਦੇ ਸਾਰੇ। ਹੋਪਫੁਲੀ ਤੁਹਾਨੂੰ ਸਮਝ ਆ ਗਏ ਹੋਣਗੇ ਜਿਹੜੇ ਵੀ ਆਪਾਂ ਡਿਸਕਸ ਕੀਤੇ ਹੈਗੇ, ਠੀਕ ਹੈ। ਇੱਕ ਵਾਰੀ ਦੇਖ ਲਓ, ਵੈਬ ਪਬਲਿਸ਼ਿੰਗ ਸੀਗਾ, ਟੈਲੀਕਾਸਟਿੰਗ ਸੀਗਾ, ਪਹਿਲੇ ਤੋਂ ਚੱਲਦੇ ਆਂਗੇ। ਪਹਿਲਾ ਸੀਗਾ ਡਾਇਰੈਕਟ ਰਿਕਰੂਟਮੈਂਟ, ਦੂਸਰਾ ਸੀਗਾ ਕੈਜੂਅਲ ਕਾਲਰਸ, ਤੀਸਰਾ ਸੀਗਾ ਮੀਡੀਆ ਐਡਵਰਟਾਈਜ਼ਿੰਗ, ਚੌਥਾ ਸੀਗਾ ਐਮਪਲੋਇਮੈਂਟ ਐਕਸਚੇਂਜ, ਪੰਜਵਾਂ ਸੀਗਾ ਪਲੇਸਮੈਂਟ ਏਜੰਸੀਜ਼ ਐਂਡ ਮੈਨੇਜਮੈਂਟ ਕੰਸਲਟੈਂਸੀਜ਼, ਫਿਰ ਸੀਗਾ ਕੈਂਪਸ ਰਿਕਰੂਟਮੈਂਟ, ਲੇਬਰ ਕੰਟਰੈਕਟਰਸ, ਰਿਕਮੈਂਡੇਸ਼ਨ ਆਫ EMPLOYEES, ਤੇ ਇੱਕ ਆਪਣੇ ਕੋਲੇ ਆ ਗਿਆ ਟੈਲੀਕਾਸਟਿੰਗ, ਤੇ ਲਾਸਟ ਵਨ ਇਜ਼ ਵੈਬ ਪਬਲਿਸ਼ਿੰਗ। ਇਹ ਸਾਰੇ ਆਪਾਂ ਐਕਸਟਰਨਲ ਸੋਰਸਿਸ ਆਫ ਰਿਕਰੂਟਮੈਂਟ ਡਿਸਕਸ ਕੀਤੇ ਹੈਗੇ। ਕਲੀਅਰ ਹੋ ਗਏ, ਇੰਟਰਨਲ ਵੀ ਪਤਾ ਲੱਗ ਗਏ। ਦੈਨ ਰਿਕਰੂਟਮੈਂਟ ਦੇ ਵਿੱਚੋਂ ਹੁਣ ਆਪਣੇ ਕੋਲੇ ਲਾਸਟ ਟੌਪਿਕ ਬਚਿਆ ਹੈ ਮੈਰਿਟਸ ਐਂਡ ਡੀਮੈਰਿਟਸ ਆਫ ਇੰਟਰਨਲ ਐਂਡ ਐਕਸਟਰਨਲ ਸੋਰਸਿਸ ਆਫ ਰਿਕਰੂਟਮੈਂਟ। ਇੰਟਰਨਲ ਸੋਰਸਿਸ ਦੇ ਮੈਰਿਟਸ, ਡੀਮੈਰਿਟਸ, ਐਕਸਟਰਨਲ ਸੋਰਸਿਸ ਦੇ ਮੈਰਿਟਸ ਤੇ ਡੀਮੈਰਿਟਸ। ਕੀ ਹੈਗੇ ਇੰਟਰਨਲ ਸੋਰਸਿਸ ਦੇ ਮੈਰਿਟਸ? ਇਨਕਰੀਜ਼ ਇਨ ਮੋਟੀਵੇਸ਼ਨ, ਜਦੋਂ ਤੁਸੀਂ ਐਗਜ਼ਿਸਟਿੰਗ EMPLOYEES ਨੂੰ ਹੀ ਪ੍ਰਮੋਟ ਕਰੋਗੇ, ਜਦੋਂ ਤੁਹਾਡੀ ਕੰਪਨੀ ਦੀ ਪਾਲਿਸੀ ਹੈਗੀ ਕਿ ਜੋ ਤੁਹਾਡੇ ਕੋਲੇ ਕੰਮ ਕਰਨ ਵਾਲੇ EMPLOYEES ਹੈ, ਜਿਹੜਾ EMPLOYE ਵਧੀਆ ਕੰਮ ਕਰੂਗਾ ਆਪਾਂ ਉਹਨੂੰ ਪ੍ਰਮੋਟ ਕਰਾਂਗੇ, ਤਾਂ ਇਹਦੇ ਨਾਲ ਕੀ ਹੋਊਗਾ, EMPLOYEES ਮੋਟੀਵੇਟਡ ਰਹਿਣਗੇ, EMPLOYEES ਐਫੀਸ਼ੀਐਂਟਲੀ ਕੰਮ ਕਰਨਗੇ, ਤੇ ਇਹ ਹੋ ਗਿਆ ਤੁਹਾਡਾ ਪਹਿਲਾ ਫਾਇਦਾ, ਇਨਕਰੀਜ਼ ਇਨ ਮੋਟੀਵੇਸ਼ਨ। ਇੰਡਸਟਰੀਅਲ ਪੀਸ, EMPLOYEES ਮੋਟੀਵੇਟਡ ਰਹਿਣਗੇ, ਵਧੀਆ ਕੰਮ ਕਰਨਗੇ। ਜੇ EMPLOYEES ਨੂੰ ਹੋਊਗਾ ਕਿ ਜੇ ਤੁਹਾਡੀ ਮੰਨ ਲਓ ਕਿ ਇਦਾਂ ਦੀ ਕੋਈ ਪਾਲਿਸੀ ਨਹੀਂ ਹੈਗੀ, ਜਦੋਂ ਵੀ ਕੋਈ ਪੋਸਟ ਖਾਲੀ ਹੁੰਦੀ ਹੈਗੀ ਤੁਸੀਂ ਹਮੇਸ਼ਾ ਬਾਹਰੋਂ ਬੰਦਾ ਰਿਕਰੂਟ ਕਰ ਦੋਗੇ, ਐਕਸਟਰਨਲ ਸੋਰਸ ਯੂਜ਼ ਕਰਕੇ ਨਵਾਂ ਬੰਦਾ ਲੈ ਕੇ ਆਉਂਦੇ ਹੋਗੇ, ਤਾਂ EMPLOYEES ਕੀ ਹੋਣਗੇ, ਮੋਟੀਵੇਟਡ ਫੀਲ ਨਹੀਂ ਕਰਨਗੇ, ਉਹ ਜਿਸ ਤਰ੍ਹਾਂ ਕੰਮ ਕਰਦੇ ਆਣਗੇ ਉਸ ਤਰ੍ਹਾਂ ਹੀ ਕਰਨਗੇ, ਕਿਉਂਕਿ ਉਹਨਾਂ ਨੂੰ ਹੋਊਗਾ ਹੀ ਨਹੀਂ ਕਿ ਸਾਨੂੰ ਪ੍ਰਮੋਸ਼ਨ ਮਿਲ ਜੂਗਾ। ਜੇ ਉਹਨਾਂ ਨੂੰ ਫੀਲਿੰਗ ਹੋਊਗੀ ਕਿ ਸਾਨੂੰ ਪ੍ਰਮੋਸ਼ਨ ਮਿਲ ਸਕਦਾ ਹੈ ਤਾਂ ਉਹ ਜਾਨ ਲਾ ਕੇ ਜ਼ਿਆਦਾ ਐਫੀਸ਼ੀਐਂਸੀ ਨਾਲ ਕੰਮ ਕਰਨਗੇ। ਲੇਕਿਨ ਜੇ ਉਹਨਾਂ ਦੇ ਅੰਦਰ ਇਹ ਫੀਲਿੰਗ ਹੀ ਨਹੀਂ ਹੋਊਗੀ ਕਿ ਅਸੀਂ ਪ੍ਰਮੋਟ ਹੋ ਸਕਦੇ ਹੈਗੇ, ਜੇ ਉਹਨਾਂ ਨੂੰ ਆਈ ਕਲੀਅਰ ਹੋਊਗਾ ਕਿ ਹਾਂ ਅਸੀਂ ਤਾਂ ਇਸੇ ਪੋਜੀਸ਼ਨ ਤੇ ਕੰਮ ਕਰਾਂਗੇ, ਤਾਂ ਹੋ ਸਕਦਾ ਉਹ ਇਨਐਫੀਸ਼ੀਐਂਸੀ ਨਾਲ ਕੰਮ ਕਰਨਗੇ, ਤੇ ਇਹਦੇ ਨਾਲ ਕੀ ਹੋ ਸਕਦਾ, EMPLOYER ਤੇ EMPLOYEE ਦੇ ਵਿੱਚ ਡਿਸਪਿਊਟ ਰਾਈਜ਼ ਹੋ ਸਕਦਾ ਹੈਗਾ। ਲੇਕਿਨ ਇੰਟਰਨਲ ਸੋਰਸ ਆਫ ਰਿਕਰੂਟਮੈਂਟ ਯੂਜ਼ ਕਰਕੇ ਕੀ ਹੋਊਗਾ, EMPLOYEES ਮੋਟੀਵੇਟਡ ਰਹਿਣਗੇ, ਐਫੀਸ਼ੀਐਂਸੀ ਨਾਲ ਕੰਮ ਕਰਨਗੇ, ਤੇ ਉਹਦੇ ਨਾਲ EMPLOYER-EMPLOYEE ਰਿਲੇਸ਼ਨ ਦੇ ਵਿੱਚ ਕੀ ਹੋਊਗਾ, ਪੀਸ ਬਣਿਆ ਰਹੂਗਾ। ਈਜ਼ੀ ਸਿਲੈਕਸ਼ਨ, ਤੁਹਾਡੇ ਕੋਲੇ ਕੰਮ ਕਰਨ ਵਾਲੇ ਹਰ ਇੱਕ ਬੰਦੇ ਬਾਰੇ ਤੁਹਾਨੂੰ ਪਤਾ ਹੋਊਗਾ, ਨੌਲੇਜ ਹੋਊਗੀ, ਕੌਣ ਬੰਦਾ ਕਿਸ ਤਰੀਕੇ ਨਾਲ ਕੰਮ ਕਰਦਾ, ਕੌਣ ਕਿੰਨਾ ਐਫੀਸ਼ੀਐਂਟ ਹੈ, ਤੇ ਉਹਨਾਂ ਦੇ ਵਿੱਚੋਂ ਚੂਜ਼ ਕਰਨਾ ਕਿ ਆਪਾਂ ਨੂੰ ਈਜ਼ੀ ਹੈ। ਨਾਲੇ ਸਿਲੈਕਸ਼ਨ ਕਰਨੀ ਥੋੜੇ ਬੰਦਿਆਂ ਚੋਂ ਸਿਲੈਕਸ਼ਨ ਕਰਨੀ ਹੈ। ਜਦੋਂ ਆਪਾਂ ਐਕਸਟਰਨਲੀ ਜਾਂਦੇ ਹਾਂ ਕਿ ਆਊਟਸਾਈਡ ਦੀ ਆਰਗੇਨਾਈਜੇਸ਼ਨ ਜਾ ਕੇ ਸਰਚ ਕਰਦੇ ਹਾਂ ਲੋਕਾਂ ਬਾਰੇ, ਤਾਂ ਉੱਥੇ ਆਪਣੀ ਕੋਲੇ ਚੋਇਸ ਜੋ ਹੈ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਤਾਂ ਉਹਨਾਂ ਦੇ ਵਿੱਚੋਂ ਚੂਜ਼ ਕਰਨਾ ਇੱਕ ਔਖਾ ਹੈਗਾ। ਜਿਹੜੇ ਵਿਦਿਨ ਦੀ ਆਰਗੇਨਾਈਜੇਸ਼ਨ ਕੰਮ ਕਰ ਰਹੇ ਉਹਨਾਂ ਬਾਰੇ ਪਹਿਲਾਂ ਤੋਂ ਹੀ ਪਤਾ ਹੁੰਦਾ, ਤੇ ਇੱਕ ਬੈਸਟ ਪਰਸਨ ਚੂਜ਼ ਕਰਨਾ ਈਜ਼ੀ ਹੁੰਦਾ ਹੈ।
ऑलरेडी ਜਿਹੜਾ ਬੰਦਾ ਕੰਮ ਕਰ ਰਹੇਗਾ ਉਹਨੂੰ ਆਰਗੇਨਾਈਜੇਸ਼ਨ ਬਾਰੇ ਪੂਰਾ ਪਤਾ ਹੋਊਗਾ ਤਾਂ ਇੰਡਕਸ਼ਨ ਦੀ ਇੰਟਰੋਡਕਸ਼ਨ ਕਰਵਾਉਣ ਦੀ ਲੋੜ ਨਹੀਂ ਹੁੰਦੀ। ਇੰਡਕਸ਼ਨ ਇੰਟਰੋਡਕਸ਼ਨ ਸੇਮ ਚੀਜ਼ ਹੁੰਦੀ ਹੈ। ਐਡਜਸਟਮੈਂਟ ਆਫ ਸਰਪਲਸ EMPLOYEES ट्रांसफर सोर्स ऑफ रिक्रूटमेंट यूज करके ਤੁਸੀਂ ਕੀ ਕਰ ਸਕਦੇ ਹੋ, ਜੇ ਕਿਸੇ ਡਿਪਾਰਟਮੈਂਟ ਦੇ ਵਿੱਚ ਸਰਪਲਸ EMPLOYEES ਹੈ ਤੇ ਕਿਸੇ ਡਿਪਾਰਟਮੈਂਟ ਦੇ ਵਿੱਚ ਡੈਫੀਸ਼ੀਟ ਘੱਟ EMPLOYEES ਹੈਗੇ ਤਾਂ ਉਹਨਾਂ ਦੀ ਤੁਸੀਂ ਐਡਜਸਟਮੈਂਟ ਕਰ ਸਕਦੇ ਹੋ। ਜਿਹੜੇ ਡਿਪਾਰਟਮੈਂਟ ਦੇ ਵਿੱਚ ਜ਼ਿਆਦਾ EMPLOYEES ਆ ਉਹ ਦੂਜੇ ਡਿਪਾਰਟਮੈਂਟ ਦੇ ਜਿਹਦੇ ਵਿੱਚ ਘੱਟ EMPLOYE ਆ ਉਹਦੇ ਵਿੱਚ ਆਪਾਂ ਭੇਜ ਕੇ ਐਡਜਸਟ ਕਰ ਦਾਂਗੇ। ਇਕਨੋਮਿਕਲ ਸੋਰਸ, ਇਸ ਸੋਰਸ ਨੂੰ ਯੂਜ਼ ਕਰਕੇ ਜੇ ਤੁਸੀਂ ਆਪਣੀਆਂ ਪੋਸਟ ਫਿਲ ਕਰ ਦਿਓਗੇ ਤਾਂ ਤੁਹਾਡੇ ਪੈਸੇ ਖਰਚ ਨਹੀਂ ਹੋਣਗੇ। ਐਕਸਟਰਨਲ ਸੋਰਸ ਯੂਜ਼ ਕਰੋਗੇ, ਅਖਬਾਰ ਚ ਟੀਵੀ ਚ ਐਡ ਦੋਗੇ ਤਾਂ ਉਹਦੇ ਨਾਲ ਪੈਸੇ ਖਰਚ ਹੋਣਗੇ। ਡੀਮੈਰਿਟਸ ਕੀ ਹੈਗੇ ਇਸ ਸੋਰਸ ਆਫ ਰਿਕਰੂਟਮੈਂਟ ਦੇ? ਸਟਾਪਸ ਦੀ ਐਂਟਰੀ ਆਫ ਯੰਗ ਬਲੱਡ। ਹੁਣ ਜੇ ਤੁਸੀਂ ਵਿਦਿਨ ਦੀ ਆਰਗੇਨਾਈਜੇਸ਼ਨ ਹੀ ਚੂਜ਼ ਕਰੀ ਜਾਓਗੇ ਬੰਦਾ ਤੇ ਉਹਦੇ ਨਾਲ ਹੀ ਪੋਸਟ ਫਿਲ ਕਰੋਗੇ ਤੇ ਇਹਦੇ ਨਾਲ ਜਿਹੜੀ ਐਂਟਰੀ ਆਫ ਯੰਗ ਬਲੱਡ ਫਰੈਸ਼ ਟੈਲੈਂਟ ਹੈ ਉਹ ਕੀ ਹੋ ਜੂਗੀ, ਰੁਕ ਜੂਗੀ। EMPLOYEES become lethargic। ਜੇ ਤੁਹਾਨੂੰ ਪਤਾ ਹੀ ਹੋਊਗਾ, ਕਲੀਅਰ ਹੈ, ਕਈ ਵਾਰੀ ਇਹ ਫੀਲਿੰਗ ਵੀ ਆ ਜਾਂਦੀ ਹੈ EMPLOYEES ਮੋਟੀਵੇਟ ਹੋ ਸਕਦੇ, ਇਹ ਵੀ ਹੋ ਸਕਦਾ ਹੈ, ਨਾਲ ਨਾਲ ਇਹ ਵੀ ਹੋ ਸਕਦਾ ਕਿ EMPLOYEES lethargic ਹੋ ਜਾਣ। ਕਿਵੇਂ ਹੋ ਜਾਣ ਕਿ ਜੇ ਮੰਨ ਲਓ ਤੁਹਾਨੂੰ ਤਾਂ ਪਤਾ ਹੀ ਹੈ ਕਿ ਹਾਂ ਬਈ ਮੇਰਾ ਪ੍ਰਮੋਸ਼ਨ ਪੱਕਾ ਹੈ, ਜੇ ਤੁਹਾਡੇ ਮਨ ਦੇ ਵਿੱਚ ਇਹ ਹੈ ਕਿ ਹਾਂ ਮੇਰਾ ਪ੍ਰਮੋਸ਼ਨ ਪੱਕਾ ਹੈ ਤਾਂ ਤੁਸੀਂ ਕੀ ਕਰੋਗੇ, ਪ੍ਰੋਪਰਲੀ ਕੰਮ ਨਹੀਂ ਕਰੋਗੇ। ਤੁਸੀਂ ਹੋ ਸਕਦਾ ਲੈਥਾਰਜਿਕ ਹੋ ਜਾਓ, ਆਲਸੀ ਹੋ ਜਾਓ ਤੇ ਉਦੋਂ ਕੰਮ ਨਾ ਕਰੋ ਕਿਉਂਕਿ ਤੁਹਾਨੂੰ ਗਰੰਟੀ ਹੈ ਕਿ ਪ੍ਰਮੋਸ਼ਨ ਤਾਂ ਹੋ ਹੀ ਜਾਣਾ, ਕੰਮ ਜਿਵੇਂ ਮਰਜ਼ੀ ਕਰ ਲਓ। ਤਾਂ ਇਹ ਵੀ ਇੱਕ ਪ੍ਰੋਬਲਮ ਆ ਸਕਦੀ ਹੈ। ਨਾਟ ਅਵੇਲੇਬਲ ਇਨ ਨਿਊ ਆਰਗੇਨਾਈਜੇਸ਼ਨਸ, ਕਲੀਅਰ ਹੈ ਕਿ ਜਿਹੜੀ ਨਵੀਂ ਆਰਗੇਨਾਈਜੇਸ਼ਨ ਹੋਊਗੀ ਉੱਥੇ ਤਾਂ ਆਪਾਂ ਇਹ ਸੋਰਸ ਯੂਜ਼ ਕਰ ਹੀ ਨਹੀਂ ਸਕਦੇ। ਸੈਂਸ ਆਫ ਕੰਪੀਟੀਸ਼ਨ ਅਮੰਗ EMPLOYEES ਹੈਂਪਰਡ। ਹੁਣ ਜਿਹੜੇ EMPLOYEES ਹੈਗੇ ਉਹਨਾਂ ਦੇ ਵਿੱਚ ਜਿਹੜੇ ਕੰਪੀਟੀਸ਼ਨ ਦੀ ਭਾਵਨਾ ਹੁੰਦੀ ਹੈ, ਕੰਪੀਟੀਸ਼ਨ ਵਾਲੀ ਫੀਲਿੰਗ ਹੁੰਦੀ ਹੈ ਕਿ ਉਹ ਖਤਮ ਹੋ ਜਾਂਦੀ ਹੈ। ਕਿਉਂ ਖਤਮ ਹੋ ਜਾਂਦੀ ਹੈ? ਕਿ ਕੰਪੀਟੀਸ਼ਨ ਕ੍ਰੀਏਟ ਕਿੱਥੇ ਹੋਊਗਾ, ਕੰਪੀਟੀਸ਼ਨ ਅਰਾਈਜ਼ ਕਿੱਥੇ ਹੋਊਗਾ? ਜਿੱਥੇ ਤੁਹਾਡੇ ਨਾਲੋਂ ਬੈਟਰ ਕੋਈ ਬੰਦਾ ਹੋਊਗਾ। ਜਿੱਥੇ ਤੁਹਾਡੇ ਨਾਲੋਂ ਬੈਟਰ ਕੋਈ ਬੰਦਾ ਹੋਊਗਾ ਆਪਾਂ ਉਹਨੂੰ ਕੰਪੀਟ ਕਰਨਾ ਚਾਹਾਂਗੇ। ਜਦੋਂ ਤੁਸੀਂ ਐਂਟਰੀ ਆਫ ਯੰਗ ਬਲੱਡ ਫਰੈਸ਼ ਟੈਲੈਂਟ ਐਂਟਰੀ ਹੀ ਰੋਕਤੀ, ਬੈਟਰ ਪਰਸਨਸ ਨੂੰ ਐਂਟਰ ਕਰਨ ਤੋਂ ਹੀ ਰੋਕਤਾ ਤੁਹਾਡੇ ਨਾਲੋਂ ਜ਼ਿਆਦਾ ਕੁਆਲੀਫਾਈਡ ਪਰਸਨਸ ਨਾਲੋਂ, ਤਾਂ ਉੱਥੇ ਕੀ ਹੈਗਾ, ਕੰਪੀਟੀਸ਼ਨ ਅਰਾਈਜ਼ ਹੀ ਨਹੀਂ ਹੋਗਾ। ਕੰਪੀਟੀਸ਼ਨ ਅਰਾਈਜ਼ ਨਹੀਂ ਹੋਗਾ ਤਾਂ ਕੰਪੀਟੀਸ਼ਨ ਦੀ ਫੀਲਿੰਗ ਵੀ ਖਤਮ ਹੋ ਜੂਗੀ। frequent transfer hits productivity negatively। ਜਦੋਂ ਤੁਸੀਂ EMPLOYEES ਨੂੰ ਬਾਰ-ਬਾਰ ਇੱਕ ਕੰਮ ਤੋਂ ਦੂਜੇ ਕੰਮ, ਇੱਕ ਡਿਪਾਰਟਮੈਂਟ ਤੋਂ ਦੂਜੇ ਡਿਪਾਰਟਮੈਂਟ ਟ੍ਰਾਂਸਫਰ ਕਰੀ ਜਾਓਗੇ ਤਾਂ ਉਹਦੇ ਨਾਲ ਉਹ ਬੰਦਾ ਜੋ ਹੈ ਜਿਹਨੂੰ ਤੁਸੀਂ ਟ੍ਰਾਂਸਫਰ ਕਰ ਰਹੇ ਹੋ ਕਿਸੇ ਵੀ ਕੰਮ ਦੇ ਵਿੱਚ ਸਪੈਸ਼ਲਾਈਜ਼ ਨਹੀਂ ਹੋ ਪਾਊਗਾ, ਕਿਸੇ ਵੀ ਕੰਮ ਦੇ ਵਿੱਚ ਪਰਫੈਕਟ ਨਹੀਂ ਹੋ ਪਾਊਗਾ ਤੇ ਜਿਹੜਾ ਕੰਮ ਉਹਨੂੰ ਆਂਦਾ ਹੋ ਸਕਦਾ ਉਹ ਕੰਮ ਦੇ ਵਿੱਚ ਵੀ ਉਹਦੀ ਪ੍ਰੋਡਕਟਿਵਿਟੀ ਜੋ ਹੈ ਉਹ ਘਟ ਜੇ। ਤਾਂ ਫ੍ਰੀਕੁਐਂਟ ਟ੍ਰਾਂਸਫਰ ਕਰਨ ਨਾਲ ਕੀ ਹੁੰਦਾ ਹੈਗਾ, ਪ੍ਰੋਡਕਟਿਵਿਟੀ ਨੈਗੇਟਿਵ ਜਾਂਦੀ ਹੈ, ਇਨਕਰੀਜ਼ ਨਹੀਂ ਹੁੰਦੀ। ਤਾਂ ਇਹ ਸੀਗੇ ਡੀਮੈਰਿਟਸ ਆਫ ਇੰਟਰਨਲ ਸੋਰਸ ਆਫ ਰਿਕਰੂਟਮੈਂਟ। ਸਮਝ ਆ ਗਏ? ਹੁਣ ਆ ਜਾਓ ਐਕਸਟਰਨਲ ਸੋਰਸ ਤੇ। ਹੁਣ ਦੇਖੋ ਜਿਹੜੇ ਉਧਰ ਆਪਾਂ ਮੈਰਿਟਸ ਪੜ੍ਹੇ ਹੈਗੇ ਉਹ ਇੱਧਰ ਕੀ ਹੋਣਗੇ, ਡੀਮੈਰਿਟ। ਜਿਹੜੇ ਉਧਰ ਡੀਮੈਰਿਟ ਪੜ੍ਹੇ ਹੈਗੇ ਉਹ ਇੱਧਰ ਕੀ ਹੋਣਗੇ, ਮੈਰਿਟਸ। ਕੁਆਲੀਫਾਈਡ ਪਰਸਨ ਉਧਰ ਡੀਮੈਰਿਟ ਹੈ ਨਾ ਕਿ ਸਟਾਪ ਹੋ ਜਾਂਦੀ ਯੰਗ ਬਲੱਡ ਦੀ ਐਂਟਰੀ, ਇੱਧਰ ਕੀ ਹੈਗਾ, ਮੈਰਿਟ ਹੈਗਾ ਕਿ ਜਦੋਂ ਯੰਗ ਬਲੱਡ ਆਊਗਾ, ਨਵਾਂ ਟੈਲੈਂਟ ਆਊਗਾ ਤਾਂ ਉਹਦੇ ਨਾਲ ਕੀ ਹੋਊਗਾ, ਆਪਾਂ ਕੁਆਲੀਫਾਈਡ ਪਰਸਨਲ ਅਪਾਇੰਟ ਕਰ ਪਾਵਾਂਗੇ। ਵਾਈਡਰ ਚੁਆਇਸ, ਉੱਥੇ ਆਪਣੇ ਕੋਲੇ ਚੁਆਇਸ ਘੱਟ ਹੈਗੇ, ਲਿਮਿਟਡ ਪਰਸਨਸ ਦੇ ਵਿੱਚੋਂ ਆਪਾਂ ਚੂਜ਼ ਕਰਨਾ ਹੈ। ਇੱਥੇ ਆਪਣੇ ਕੋਲੇ ਪਰਸਨਸ ਕੀ ਹੈਗੇ, ਬਹੁਤ ਜ਼ਿਆਦਾ ਹੈਗੇ ਜਿਨ੍ਹਾਂ ਦੇ ਵਿੱਚੋਂ ਆਪਾਂ ਚੂਜ਼ ਕਰਨਾ ਤੇ ਆਪਣੇ ਕੋਲੇ ਚੁਆਇਸ ਵੱਧ ਜਾਂਦੀ ਕਿ ਆਪਾਂ ਵੱਧ ਬੰਦਿਆਂ ਦੇ ਵਿੱਚੋਂ ਇੱਕ ਬੈਸਟ ਚੂਜ਼ ਕਰ ਸਕਦੇ ਹਾਂ। ਫਰੈਸ਼ ਟੈਲੈਂਟ ਐਂਟਰ ਹੋਊਗਾ ਬਾਹਰੋਂ, ਜਿਹੜੇ ਐਗਜ਼ਿਸਟਿੰਗ EMPLOYEES ਹੈਗੇ ਉਹਨਾਂ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੈ ਕੀ ਟੈਲੈਂਟ ਹੈ, ਕੀ ਸਕਿੱਲਸ ਹੈਗੇ। ਜਦੋਂ ਤੁਸੀਂ ਬਾਹਰ ਜਾਓਗੇ ਤਾਂ ਹੋਰ ਵਧੀਆ ਕੁਆਲੀਫਾਈਡ ਪਰਸਨ, ਕੰਪੀਟੈਂਟ ਪਰਸਨ, ਫਰੈਸ਼ ਟੈਲੈਂਟ ਤੁਸੀਂ ਲੈ ਕੇ ਆ ਸਕਦੇ ਹੋ ਆਰਗੇਨਾਈਜੇਸ਼ਨ ਦੇ ਵਿੱਚ। ਕੰਪੀਟੀਟਿਵ, ਜਦੋਂ ਫਰੈਸ਼ ਟੈਲੈਂਟ, ਕੁਆਲੀਫਾਈਡ ਪਰਸਨਲ, ਜਿਹੜੇ ਬੈਟਰ ਲੋਕ ਆਰਗੇਨਾਈਜੇਸ਼ਨ ਦੇ ਵਿੱਚ ਆਣਗੇ ਤਾਂ ਐਗਜ਼ਿਸਟਿੰਗ EMPLOYEES ਜਿਹੜੇ ਹੈਗੇ ਉਹਨਾਂ ਦੇ ਵਿੱਚ ਵੀ ਕੰਪੀਟੀਸ਼ਨ ਸਪਿਰਿਟ ਇਨਕਰੀਜ਼ ਹੋਊਗੀ ਤੇ ਉਹ ਵੀ ਜ਼ਿਆਦਾ ਐਫਰਟਸ ਲਾਣਗੇ, ਜ਼ਿਆਦਾ ਐਫੀਸ਼ੀਐਂਸੀ ਨਾਲ ਕੰਮ ਕਰਨਗੇ। ਲੈਸ ਚਾਂਸਸ ਆਫ ਫੇਵਰਿਟਿਜ਼ਮ, ਹੋ ਸਕਦਾ ਹੈਗਾ ਕਿ ਜਦੋਂ ਤੁਸੀਂ ਐਗਜ਼ਿਸਟਿੰਗ EMPLOYEES ਦੇ ਵਿੱਚੋਂ ਹੀ ਚੂਜ਼ ਕਰ ਰਹੇ ਹੋਗੇ ਤਾਂ ਜਿਹੜਾ ਸੁਪੀਰੀਅਰ ਹੈਗਾ ਉਹਦਾ ਕੋਈ ਫੇਵਰਿਟ ਹੋਵੇ ਤੇ ਉਹ ਆਪਦੇ ਫੇਵਰਿਟ ਨੂੰ ਪ੍ਰਮੋਟ ਕਰ ਦੇ। ਲੇਕਿਨ ਜਦੋਂ ਤੁਸੀਂ ਬਾਹਰੋਂ ਬੰਦਾ ਚੂਜ਼ ਕਰਕੇ ਲੈ ਕੇ ਆਉਂਦੇ ਹੋਗੇ ਤਾਂ ਉਹਦੇ ਵਿੱਚ ਆਹ ਫੇਵਰਿਟਿਜ਼ਮ ਵਾਲਾ ਜਿਹੜੇ ਚੀਜ਼ ਹੈਗੀ ਇਹ ਖਤਮ ਹੋ ਜਾਂਦੀ ਹੈਗੀ, ਇਹਦੇ ਕੋਈ ਚਾਂਸਸ ਨਹੀਂ ਰਹਿੰਦੇ ਹੈਗੇ ਕਿਉਂਕਿ ਨਵਾਂ ਬੰਦਾ ਉਹ ਆਪਣਾ ਫੇਵਰਿਟ ਹੋ ਹੀ ਨਹੀਂ ਸਕਦਾ ਫਿਲਹਾਲ ਤਾਂ। ਡੀਮੈਰਿਟਸ ਕੀ ਹੈਗੇ, ਡਿਸਸੈਟਿਸਫੈਕਸ਼ਨ ਅਮੰਗ EMPLOYEES। ਉੱਥੇ ਕੀ ਹੁੰਦੀ ਹੈਗੀ, EMPLOYE ਦੀ ਮੋਟੀਵੇਸ਼ਨ ਇਨਕਰੀਜ਼ ਹੁੰਦੀ ਹੈਗੀ। ਜਦੋਂ ਬਾਹਰੋਂ ਬੰਦਾ ਆਊਗਾ ਤਾਂ ਉਹਦੇ ਨਾਲ ਕੀ ਹੁੰਦੇ ਹੈਗੇ, EMPLOYEES ਡਿਸਸੈਟਿਸਫਾਈ ਹੁੰਦੇ ਹੈਗੇ, ਇਹ ਇਹਦੀ ਡੀਮੈਰਿਟ ਹੈ। ਲੈਂਦੀ ਪ੍ਰੋਸੈਸ, ਉਹ ਕੀ ਸੀਗਾ, ਈਜ਼ੀ ਸਿਲੈਕਸ਼ਨ, ਇਹ ਕੀ ਹੈਗਾ, ਲੈਂਦੀ ਪ੍ਰੋਸੈਸ ਹੈਗਾ, ਇਹਦੇ ਵਿੱਚ ਖਰਚਾ ਵੀ ਹੋਊਗਾ, ਕੋਸਟਲੀ ਪ੍ਰੋਸੈਸ ਹੈਗਾ, ਖਰਚਾ ਵੀ ਹੋਊਗਾ। ਉਹ ਇਕਨੋਮਿਕਲ ਸੀਗਾ, ਇਹ ਕੋਸਟਲੀ ਹੈ। ਲੈਂਦੀ ਕੀ ਹੈਗਾ ਕਿ ਬਹੁਤ ਜ਼ਿਆਦਾ ਟਾਈਮ ਜਾਊਗਾ, ਪਹਿਲਾਂ ਤੁਸੀਂ ਨਿਊਜ਼ਪੇਪਰ ਦੇ ਵਿੱਚ ਐਡ ਦੋਗੇ, ਫਿਰ ਉਸ ਐਡ ਤੋਂ ਤੁਹਾਡੇ ਕੋਲ ਕੋਈ ਆਊਗਾ, ਸਰਚ ਕਰੂਗਾ, ਤੇ ਇਦਾਂ ਕਾਫੀ ਲੰਬਾ ਪ੍ਰੋਸੈਸ ਹੁੰਦਾ ਹੈਗਾ ਐਕਸਟਰਨਲ ਪ੍ਰੋਸੈਸ, ਐਕਸਟਰਨਲ ਸੋਰਸ ਦੇ ਥਰੂ ਰਿਕਰੂਟਮੈਂਟ ਕਰਨਾ। ਚਾਂਸਸ ਆਫ ਰੋਂਗ ਸਿਲੈਕਸ਼ਨ, ਹੋ ਸਕਦਾ ਹੈਗਾ ਜਿਹੜੇ ਵੀ EMPLOYEES ਤੁਸੀਂ ਰਿਕਰੂਟ ਕਰ ਰਹੇ ਹੋਗੇ ਐਕਸਟਰਨਲ ਸੋਰਸ ਦੇ ਥਰੂ ਉਹਨਾਂ ਬਾਰੇ ਆਪਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਤੇ ਕਈ ਵਾਰੀ ਹੋ ਸਕਦਾ ਹੈਗਾ ਕਿ ਆਪਾਂ ਗਲਤ ਬੰਦਾ ਚੂਜ਼ ਕਰ ਲਈਏ।
ਜੇ ਇੰਟਰਨਲ ਚੂਜ਼ ਕਰ ਦੇंगे ਤਾਂ ਆਪਾਂ ਨੂੰ ਆਪਣੇ ਹਰ ਇੱਕ EMPLOYE ਬਾਰੇ ਨੌਲੇਜ ਹੁੰਦੀ ਹੈ ਕਿ ਕੌਣ ਕਿਸ ਤਰ੍ਹਾਂ ਕੰਮ ਕਰਦਾ ਹੈਗਾ, ਤਾਂ ਉੱਥੇ ਰੋਂਗ ਸਿਲੈਕਸ਼ਨ ਦੇ ਚਾਂਸਸ ਘੱਟ ਹੁੰਦੇ ਹੈਗੇ। इंक्रीज इन लेबर टर्नओवर एक रेशो ਹੁੰਦੀ ਹੈਗੀ, ਪਹਿਲਾਂ ਵੀ ਆਪਾਂ ਡਿਸਕਸ ਕੀਤਾ ਹੈਗਾ ਪ੍ਰਿੰਸੀਪਲ ਦੇ ਵਿੱਚ, ਪ੍ਰਿੰਸੀਪਲ ਵਾਲੇ ਚੈਪਟਰ ਦੇ ਵਿੱਚ ਵੀ ਲੇਬਰ ਟਰਨਓਵਰ ਵਰਡ ਆਇਆ ਸੀ। ਲੇਬਰ ਟਰਨਓਵਰ ਕੀ ਹੁੰਦੀ ਹੈਗੀ, ਪਰਸੈਂਟੇਜ ਰੇਸ਼ੋ ਹੁੰਦੀ ਹੈਗੀ ਕਿ ਕਿੰਨੀ ਰੇਸ਼ੋ, ਕਿੰਨੀ ਪਰਸੈਂਟੇਜ ਜਿਹੜੀ ਹੈਗੇ ਲੋਕ ਤੁਹਾਡੀ ਆਰਗੇਨਾਈਜੇਸ਼ਨ ਛੱਡ ਕੇ ਜਾ ਰਹੇ ਹੈਗੇ। ਜਦੋਂ ਤੁਸੀਂ ਆਰਗੇਨਾਈਜੇਸ਼ਨ ਜਿਹੜੀ ਹੈਗੀ ਬਾਹਰੋਂ ਆਰਗੇਨਾਈਜੇਸ਼ਨ ਦੇ ਵਿੱਚ ਬੰਦੇ ਫਿਲ ਅਪ ਕਰੋਗੇ, ਰਿਕਰੂਟ ਕਰੋਗੇ, ਤਾਂ ਉਹਦੇ ਨਾਲ ਕੀ ਹੋਊਗਾ, ਐਗਜ਼ਿਸਟਿੰਗ EMPLOYEਜ਼ ਜਿਹੜੇ ਹੈਗੇ ਉਹ ਕੀ ਹੋਣਗੇ, ਡਿਸਸੈਟੀਸਫਾਈ ਹੋਣਗੇ, ਕਿਉਂਕਿ ਉੱਥੇ ਉਹਨਾਂ ਨੂੰ ਫੀਲਿੰਗ ਕੀ ਆ ਜਾਊਗੀ ਕਿ ਅਸੀਂ ਜੇ ਇਸ ਆਰਗੇਨਾਈਜੇਸ਼ਨ ਦੇ ਵਿੱਚ ਰਹਿ ਕੇ ਕੰਮ ਕਰਾਂਗੇ ਤਾਂ ਸਾਡੀ ਪੋਜੀਸ਼ਨ ਇਨਕਰੀਜ਼ ਨਹੀਂ ਹੋਣ ਵਾਲੀ, ਸਾਡਾ ਸਟੇਟਸ ਨਹੀਂ ਵਧਣ ਵਾਲਾ, ਕਿਉਂਕਿ ਇਹ ਪ੍ਰਮੋਸ਼ਨ ਨਹੀਂ ਦਿੰਦੇ। ਇਹ ਕੀ ਕਰਦੇ, ਜਦੋਂ ਵੀ ਹਾਇਰ ਪੋਸਟ ਖਾਲੀ ਹੁੰਦੀ ਹੈਗੀ ਬਾਹਰੋਂ ਬੰਦਾ ਲਿਆ ਕੇ ਅਪਾਇੰਟ ਕਰ ਦਿੰਦੇ ਹੈਗੇ, ਤਾਂ ਉਹਦੇ ਨਾਲ ਕੀ ਹੁੰਦਾ ਹੈਗਾ, EMPLOYEਜ਼ ਡਿਸਸੈਟੀਸਫਾਈ ਹੋ ਜਾਣ, ਡਿਸਸੈਟੀਸਫਾਈ ਹੋਣਗੇ ਤਾਂ ਉਹ ਆਪਣੀ ਆਰਗੇਨਾਈਜੇਸ਼ਨ ਛੱਡ ਕੇ ਜਾਣਗੇ। ਤਾਂ ਐਕਸਟਰਨਲ ਸੋਰਸ ਆਫ ਰਿਕਰੂਟਮੈਂਟ ਨਾਲ ਡਰਾਈਵਰ ਟਰਨਓਵਰ ਦੇ ਚਾਂਸਸ ਕੀ ਹੁੰਦੇ ਹੈਗੇ, ਇਨਕਰੀਜ਼ ਹੋ ਜਾਣਗੇ। सो दैट्स इट, ये सीगा अपना टॉपिक। आई नो बहुत इजी सा टॉपिक है, ज्यादा औखा नहीं हैगा रिक्रूटमेंट वाला चैप्टर, ठीक है। हुण तो ਤੁਹਾਡਾ काम की है बुक दे विचों ये सारी यूनिट 6.2 पढ़ लैनी हैगी। मैरिट्स डीमेरिट्स ज्यादा औखे नहीं हैगे, एक दे याद कर लो, दूजे दे की कर दो, उल्टे फुल्टे कर दो। ਇਹਦੇ मैरिट ਉਹਦੇ डीमेरिट, ਇਹਦੇ डीमेरिट ਉਹਦੇ मैरिट, बस थोड़ा पॉइंट ਤੁਹਾਨੂੰ बना के थोड़ा चेंज करना पऊगा, लेकिन है ਉਹੀ ਗੱਲਾਂ। बोलो क्लियर हो गया। ਹੁਣ ਇਸ ਚੈਪਟਰ ਦੇ ਵਿੱਚੋਂ ਜਿੰਨਾ ਆਪਾਂ ਪੜ੍ਹ ਲਿਆ, ਕੋਈ ਵੀ ਡਾਊਟ ਹੋਇਆ, ਕੋਈ ਵੀ ਕੁਐਰੀ ਹੋਈ, ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਕੁਐਰੀ ਡ੍ਰੌਪ ਕਰ ਦਿਓ, ਉਹ ਆਪਾਂ ਡਿਸਕਸ ਕਰਾਂਗੇ। ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਿਲੈਕਸ਼ਨ ਪ੍ਰੋਸੈਸ, ਸਿਲੈਕਸ਼ਨ ਬਾਰੇ 6.3 ਯੂਨਿਟ। ਉਦੋਂ ਤੱਕ ਹੈਵ ਅ ਗੁੱਡ ਡੇ, ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ।